ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਡੰਡੌਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰ ਹੱਥ। ਸਤਨਾਮ ਵਾਹਿਗੁਰੂ ਸਾਹਿਬ ਜੀ। ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਅਵਗਾਹੇ। ਜਾ ਕੀ ਲੀਲਾ ਕੀਮਤ ਨਾਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਦਾਨ ਗਰੀਬ ਨਿਵਾਜ ਨਿਮਾਣਿਓ ਕੇ ਮਾਣ ਗੁਰੂ ਨਿਤਾਣਿਓ ਕੇ ਤਾਣ ਨਿਓਟਿਓ ਕੀ ਓਟ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਸਤਿਗੁਰਾਂ ਦੇ ਪਾਵਨ ਮੁਬਾਰਕ ਚਰਨਾਂ ਵਿੱਚ ਜੁੜ ਮਿਲ ਬੈਠੇ ਗੁਰੂ ਰੂਪ ਸਤਿਗੁਰਾਂ ਦਾ ਖਾਸ ਰੂਪ ਸਾਧ ਸੰਗਤ ਜੀਓ ਵਡਭਾਗੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਸੁਭਾਗ ਭਰਾ ਸਮਾਂ ਬਖਸ਼ਿਸ਼ ਕੀਤਾ। ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠ ਕਰਕੇ ਪਵਿੱਤਰ ਗੁਰਬਾਣੀ ਪੜ੍ਹਨ ਸੁਣਨ ਕਥਾ ਕੀਰਤਨ ਪੜ੍ਹਨ ਸੁਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ ਹੋਏ ਦੀਵਾਨਾਂ ਅੰਦਰ ਸੋਦਾ ਰਹਿਰਾਸ ਸਾਹਿਬ ਆਰਤੀ ਆਰਤਾ ਦੇ ਪਾਠ ਆਪ ਜੀ ਨੇ ਸ਼ਰਵਣ ਕੀਤੇ। ਚੱਲ ਰਹੀ ਲੜੀਵਾਰ ਕਥਾ ਵਿਚਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ 200 ਸਾਲਾ ਸ਼ਹੀਦੀ ਨੂੰ ਸਮਰਪਿਤ ਪਿਛਲੇ ਦਿਨਾਂ ਤੋਂ ਆਰੰਭ ਕੀਤੀ ਗਈ ਸੁਖਮਣੀ ਸਾਹਿਬ ਦੀ ਬਾਣੀ ਦੀ ਵਿਚਾਰ 16ਵੀਂ ਅਸ਼ਟਪਦੀ ਦੇ ਪਹਿਲੇ 2 ਪਦੇ ਆਪਾਂ ਹੁਣ ਤੱਕ ਵਿਚਾਰ ਆਏ ਹਾਂ। ਤੀਸਰੇ ਪਦੇ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ। ਵਿਚਾਰ ਦੀ ਲੜੀ ਅੱਗੇ ਆਰੰਭ ਹੈ। 16ਵੀਂ ਅਸ਼ਟਪਦੀ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੇ ਬੇਅੰਤ ਗੁਣਾਂ ਨੂੰ ਕਥਨ ਕੀਤਾ ਜਾ ਰਿਹਾ ਹੈ। ਉਹ ਪਰਮਾਤਮਾ ਬੇਅੰਤ ਹੈ, ਅਗਮ ਅਗਾਧ ਪਾਰ ਬ੍ਰਹਮ ਸੋਏ। ਉਸ ਪਰਮਾਤਮਾ ਨੂੰ ਇਹਨਾਂ ਅੱਖਾਂ ਦੇ ਨਾਲ ਨਹੀਂ ਦੇਖਿਆ ਜਾ ਸਕਦਾ, ਇਹਨਾਂ ਹੱਥਾਂ ਦੇ ਨਾਲ ਛੂਹਿਆ ਨਹੀਂ ਜਾ ਸਕਦਾ। ਜਾਂ ਇਹ ਕਹੀਏ ਕਿ ਸੁਣ ਵੱਡਾ ਆਖੈ ਸਭ ਕੋਏ ਕੇਵੜ ਵੱਡਾ ਡੀਠਾ ਹੋਏ। ਕੰਨਾਂ ਨਾਲ ਸੁਣ ਕੇ ਤਾਂ ਸਾਰੇ ਕਹਿੰਦੇ ਨੇ ਕਿ ਰੱਬ ਬੜਾ ਵੱਡਾ, ਪਰ ਰੱਬ ਹੈ ਕੀ? ਰੱਬ ਕਿੱਥੇ ਹੈ? ਜਿਸ ਤਰ੍ਹਾਂ ਪਾਵਨ ਗੁਰਬਾਣੀ ਦੇ ਬਚਨ ਹਨ ਕਿ ਜਿਵੇਂ ਜਿੰਨੀ ਵੀ ਬਨਸਪਤੀ ਹੈ ਇਹਨਾਂ ਦੇ ਵਿੱਚ ਅੱਗ ਹੈ, ਦੁੱਧ ਦੇ ਵਿੱਚ ਘਿਓ ਹੈ,
ਇਸੇ ਤਰ੍ਹਾਂ ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ। ਹਰ ਇੱਕ ਦੇ ਅੰਦਰ ਪਰਮਾਤਮਾ ਵਸ ਰਿਹਾ। ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹੀ ਠੌਰ ਮੁਕਾਮਾ। ਆਪਣੇ ਅੰਦਰ ਇਹੋ ਹੀ ਰੱਬ ਦਾ ਘਰ ਹੈ। ਦਿਲ ਹੋ ਮੁਹੱਬਤ ਜਿਨ ਸਈ ਸੱਚਿਆ। ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਕਿਉਂਕਿ ਜਿਸ ਨੇ ਉਸ ਪਰਮਾਤਮਾ ਨੂੰ ਪਾਉਣਾ ਹੈ, ਸਤਿਗੁਰੂ ਜੀ ਕਹਿਣ ਲੱਗੇ ਉਹਨੂੰ ਪਾਉਣ ਦਾ ਇੱਕੋ ਹੀ ਰਾਹ ਹੈ। ਜੇ ਤੋ ਪ੍ਰਿਆ ਦੀ ਸਿੱਖ ਹਿਆਓ ਨਾ ਠਾਹੀ ਕਹੀਦਾ। ਕਿਉਂਕਿ ਇਹ ਥਾਂ ਦੱਸਿਆ ਹੈ, ਇੱਥੇ ਟਿਕਾਣਾ ਹੈ। ਦਿਲ ਮੈਂ ਸਾਈਂ ਪ੍ਰਗਟੇ, ਇਹ ਉਸ ਪਰਮਾਤਮਾ ਦਾ ਘਰ ਹੈ। ਤਾਂ ਹੀ ਪਾਤਸ਼ਾਹ ਨੇ ਕਿਹਾ ਦਿਲ ਹੋ ਮੁਹੱਬਤ ਜਿਨ ਸਈ ਸੱਚਿਆ। ਝੂਠੀ ਪ੍ਰੀਤ ਨਹੀਂ, ਸੱਚੀ ਪ੍ਰੀਤ ਉਸ ਪਰਮਾਤਮਾ ਲਈ ਵਾਹਿਗੁਰੂ ਨੇ ਕਹੀ ਹੈ ਕਿ ਉਸ ਪਰਮਾਤਮਾ ਨੂੰ ਪਾਉਣ ਲਈ ਤੁਹਾਨੂੰ ਦਿਲੋਂ ਮੁਹੱਬਤ ਕਰਨੀ ਪਵੇਗੀ। ਦਿਲ ਮੈਂ ਖੋਜ ਦਿਲੈ ਦਿਲ ਖੋਜੋ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਇੱਥੇ ਖੋਜ ਕਰਨੀ ਕਰੋ। ਦੁਨੀਆ ਦੀ ਜਿਹੜੀ ਭਟਕਣਾ ਹੈ, ਜੰਗਲਾਂ ਦੇ ਵਿੱਚ ਜਾ ਕਰਕੇ ਬੈਠ ਜਾਣਾ, ਭੋਜਨ ਆਦਿ ਛੱਡ ਦੇਣਾ, ਮਹਾਰਾਜ ਜੀ ਕਹਿਣ ਲੱਗੇ ਇਹਦੇ ਨਾਲ ਕੋਈ ਰੱਬ ਦੀ ਪ੍ਰਾਪਤੀ ਨਹੀਂ ਹੋਣ ਲੱਗੀ। ਮਹਾਰਾਜ ਤਾਂ ਇਹ ਕਹਿੰਦੇ ਨੇ ਗੁਰਸਿੱਖ ਜਿਹੜਾ ਹੈ ਉਹ ਆਪਣੇ ਗ੍ਰਸਤੀ ਜੀਵਨ ਵਿੱਚ ਰਹਿੰਦਿਆਂ ਹੋਇਆਂ, ਆਪਣੇ ਘਰ-ਬਾਰ ਦੇ ਵਿੱਚ ਰਹਿੰਦਿਆਂ ਹੋਇਆਂ, ਜੀਆ ਜੰਤ ਬੱਚਿਆਂ ਦੇ ਵਿੱਚ ਰਹਿੰਦਿਆਂ ਹੋਇਆਂ, ਜਿਸ ਤਰ੍ਹਾਂ ਕਮਲ ਦਾ ਫੁੱਲ ਚਿੱਕੜ ਦੇ ਵਿੱਚ ਵੀ ਨਿਰਲੇਪ ਹੈ, ਚਿੱਕੜ ਉਹਨੂੰ ਲਬੇੜ ਨਹੀਂ ਸਕਦਾ। ਇਸੇ ਤਰ੍ਹਾਂ ਗੁਰਸਿੱਖ ਜਿਹੜਾ ਹੈ ਗ੍ਰਸਤੀ ਜੀਵਨ ਵਿੱਚ ਰਹਿੰਦਿਆਂ ਹੋਇਆਂ ਵੀ ਮੁਕਤੀ ਦੀ ਪ੍ਰਾਪਤੀ ਕਰ ਸਕਦਾ ਹੈ, ਪਰਮਾਤਮਾ ਨੂੰ ਪਾ ਸਕਦਾ ਹੈ। ਸੋ ਇਸ ਪੌੜੀ ਦੇ ਵਿੱਚ, ਇਸ ਅਸ਼ਟਪਦੀ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਬੇਅੰਤਤਾ ਨੂੰ ਬਿਆਨ ਕਰ ਰਹੇ ਹਨ ਕਿ ਉਹ ਵਾਹਿਗੁਰੂ ਕਿੱਡਾ ਕੁ ਵੱਡਾ ਹੈ। ਉਸ ਵਾਹਿਗੁਰੂ ਦੀਆਂ ਜਿਹੜੀਆਂ ਖੇਡਾਂ ਨੇ ਉਹ ਕੀ ਹੈ, ਕੀ ਉਹਦੀਆਂ ਖੇਡਾਂ ਨੂੰ ਕੋਈ ਹੋਰ ਜਾਣ ਸਕਦਾ ਹੈ ਜਾਂ ਨਹੀਂ ਜਾਣ ਸਕਦਾ। ਆਓ ਸਤਿਗੁਰੂ ਸੱਚੇ ਪਾਤਸ਼ਾਹ ਤੋਂ ਅਸੀਸ ਲਈਏ, ਵਿਚਾਰ ਅੱਗੇ ਆਰੰਭ ਕਰੀਏ। ਗੁਰੂ ਪਾਤਸ਼ਾਹ ਜੀ ਤੋਂ ਇਹੋ ਹੀ ਅਰਦਾਸ ਕਰੀਏ, ਸਤਿਗੁਰੂ ਜੀਓ ਤਨ ਕਰਕੇ ਹਾਜ਼ਰ ਹਾਂ, ਮਨ ਕਰਕੇ ਵੀ ਤੁਹਾਡੇ ਚਰਨਾਂ ਵਿੱਚ ਹਾਜ਼ਰੀ ਭਰ ਸਕੀਏ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾ ਕੀ ਲੀਲਾ ਕੀ ਮਿਤ ਨਾਹੇ। ਲੀਲਾ ਦਾ ਅਰਥ ਹੁੰਦਾ ਹੈ ਕੌਤਕ। ਉਸ ਪਰਮਾਤਮਾ ਦੇ ਜਿਹੜੇ ਕੌਤਕ ਨੇ, ਜਾਂ ਸ਼ਬਦ ਵਰਤੀਏ ਕਰਾਮਾਤ। ਦੁਨੀਆ ਦੀਆਂ ਜਿਹੜੀਆਂ ਕਰਾਮਾਤਾਂ ਨੇ, ਜਿਵੇਂ ਸਿੱਧ ਕਰਾਮਾਤ ਦਿਖਾਉਂਦੇ ਸਨ, ਸਿੱਧਾਂ ਦੇ ਨਾਲ ਸ਼ਬਦ ਕਰਾਮਾਤੀ ਵਰਤਿਆ ਜਾਂਦਾ ਕਿ ਕਰਾਮਾਤੀ ਸਿੱਧ ਹੋਏ ਨੇ, 84 ਸਿੱਧ ਜਿਹੜੇ ਨੇ। ਗੁਰੂ ਨਾਨਕ ਪਾਤਸ਼ਾਹ ਨਾਲ ਇਹਨਾਂ ਦੀ ਵਿਚਾਰ ਚਰਚਾ ਵੀ ਹੁੰਦੀ ਹੈ ਅਤੇ ਪਾਤਸ਼ਾਹ ਨੂੰ ਇਹਨਾਂ ਨੇ ਡਰਾਉਣਾ ਚਾਹਿਆ, ਕਈ ਤਰ੍ਹਾਂ ਦੇ ਆਪਣੇ ਸਰੂਪ ਧਾਰਨ ਕੀਤੇ। ਇੱਕ ਵਾਰ ਜਦੋਂ ਸੁਮੇਰ ਪਰਬਤ 'ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਸਿੱਧਾਂ ਨਾਲ ਮੁਲਾਕਾਤ ਹੁੰਦੀ ਹੈ ਅਤੇ ਸਿੱਧ ਗੁਰੂ ਨਾਨਕ ਦੇਵ ਜੀ ਨੂੰ ਇੱਕ ਭਾਂਡਾ ਫੜਾਉਂਦੇ ਨੇ ਕਿ ਜਾ ਪਾਣੀ ਭਰ ਕੇ ਲਿਆ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਪਾਣੀ ਲੈਣ ਜਾਂਦੇ ਨੇ ਅਤੇ ਉੱਥੇ ਸਿੱਧਾਂ ਨੇ ਆਪਣੀਆਂ ਕਰਾਮਾਤਾਂ ਦੇ ਰਾਹੀਂ ਪਾਣੀ ਦੀ ਜਗ੍ਹਾ 'ਤੇ ਹੀਰੇ ਮੋਤੀ ਜਵਾਹਰਾਤ ਆਦਿ ਇਕੱਠੇ ਕਰਤੇ, ਢੇਰ ਲਾਤੇ। ਪਾਤਸ਼ਾਹ ਜੀ ਉੱਥੋਂ ਵਾਪਸ ਸਿੱਧਾਂ ਦੇ ਕੋਲ ਆਏ। ਸਿੱਧ ਕਹਿਣ ਲੱਗੇ ਤੁਸੀਂ ਖਾਲੀ ਕਿਉਂ ਆਏ, ਪਾਣੀ ਕਿਉਂ ਨਹੀਂ ਲੈ ਕੇ ਆਏ? ਅਤੇ ਪਾਤਸ਼ਾਹ ਜੀ ਕਹਿਣ ਲੱਗੇ ਉੱਥੇ ਪਾਣੀ ਹੈ ਹੀ ਨਹੀਂ ਸੀ। ਅਸਲ ਵਿੱਚ ਉਹਨਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਰਖ ਕਰਨੀ ਸੀ, ਆਪਣੀਆਂ ਅਜ਼ਮਤਾਂ ਦੇ ਨਾਲ, ਕਰਾਮਾਤਾਂ ਦੇ ਨਾਲ, ਕੌਤਕਾਂ ਦੇ ਨਾਲ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਨੂੰ ਦਰਸ਼ਾ ਦਿੱਤਾ ਕਿ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਅਸੀਂ ਇਹਨਾਂ ਤੋਂ ਕਿਤੇ ਅੱਗੇ ਬੈਠੇ ਹਾਂ। ਜਿਹੜੀਆਂ ਕਰਾਮਾਤਾਂ ਸਿੱਧ ਕਰਦੇ ਸਨ, ਇਹ ਕਰਾਮਾਤਾਂ ਬੜੀਆਂ ਛੋਟੇ ਪੱਧਰ ਦੀਆਂ ਸਨ। ਦੁਨੀਆ ਨੂੰ ਡਰਾਉਣਾ, ਦੁਨੀਆ ਨੂੰ ਆਪਣੀਆਂ ਸ਼ਕਤੀਆਂ ਦਿਖਾ ਕੇ ਆਪਣੇ ਪਿੱਛੇ ਲਾਉਣਾ, ਆਪਣੀ ਪੂਜਾ ਕਰਾਉਣੀ, ਆਪਣੀ ਮਨੌਤ ਕਰਾਉਣੀ ਆਦਿ। ਕੁਝ ਕਰਾਮਾਤਾਂ ਗੁਰੂ ਘਰ ਦੇ ਵਿੱਚ ਗੁਰੂ ਸਾਹਿਬਾਨ ਨੇ ਵੀ ਕੀਤੀਆਂ।
ਇੱਥੋਂ ਤੱਕ ਕਿ ਗੁਰੂ ਕੇ ਸਿੱਖਾਂ ਨੇ ਵੀ ਉਹ ਕਰਾਮਾਤਾਂ ਕਰਕੇ ਦਿਖਾਈਆਂ, ਕਿਉਂਕਿ ਗੁਰੂ ਕੇ ਸਿੱਖ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ, ਰਹਿਮਤਾਂ ਹੈ। ਇਸ ਕਰਕੇ ਗੁਰੂ ਘਰ ਦੇ ਵਿੱਚ ਵੀ ਇਹ ਕਰਾਮਾਤਾਂ ਹੋਈਆਂ। ਇਹ ਕਰਾਮਾਤਾਂ ਦਾ ਕੋਈ ਨੈਗੇਟਿਵ ਪੱਖ ਨਹੀਂ, ਜਿਹੜਾ ਸਿੱਧਾਂ ਦਾ ਉਹ ਨੈਗੇਟਿਵ ਪੱਖ ਹੈ ਕਿ ਉਹ ਆਪਣੀ ਵਡਿਆਈ ਲਈ ਕੀਤੀਆਂ, ਆਪਣੀ ਹਉਮੈ ਦੇ ਖਾਤਰ ਉਹਨਾਂ ਨੇ ਕਰਾਮਾਤਾਂ ਕੀਤੀਆਂ। ਪਰ ਗੁਰੂ ਘਰ ਦੇ ਵਿੱਚ ਜਿਹੜੀ ਕਰਾਮਾਤ ਕਿਸੇ ਭਲੇ ਲਈ ਹੋਈ, ਉਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਠੀਕ ਹੈ, ਪਰ ਜਿਸ ਕਰਾਮਾਤ ਦੇ ਵਿੱਚ ਹਉਮੈ ਛਿਪੀ ਸੀ, ਜਿਸ ਕਰਾਮਾਤ ਦੇ ਵਿੱਚ ਹੰਕਾਰ ਛਿਪਿਆ ਹੋਇਆ ਸੀ, ਉਹ ਭਾਵੇਂ ਗੁਰੂ ਪੁੱਤਰ ਨੇ ਕੀਤੀ, ਬਾਬਾ ਅਟਲ ਰਾਏ ਜੀ ਨੇ ਕੀਤੀ, ਤੇ ਗੁਰੂ ਸਾਹਿਬ ਨੇ ਕਿਹਾ ਕਿ ਨਹੀਂ, ਤੂੰ ਇਹ ਕਰਾਮਾਤ ਦਿਖਾਈ ਹੈ, ਸਾਡੇ ਇਸ ਘਰ ਦੇ ਵਿੱਚ ਕਰਾਮਾਤ ਨੂੰ ਕੋਈ ਥਾਂ ਨਹੀਂ, ਜਿੱਧਰ ਨੂੰ ਤੇਰਾ ਮੁੱਖ ਹੈ ਉੱਧਰ ਨੂੰ ਚਲਿਆ ਜਾ। ਰਾਮ ਰਾਏ ਨੂੰ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬੜੀਆਂ ਕਰਾਮਾਤਾਂ ਦੇ ਕੇ ਤੋਰਿਆ ਕਿ ਜਾਓ ਅਸੀਂ ਤੇਰੇ ਨਾਲ ਹਾਂ, ਤੁਹਾਡਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ। ਔਰੰਗਜ਼ੇਬ ਵਰਗੇ ਬਾਦਸ਼ਾਹ ਵੀ ਹੱਥ ਜੋੜ ਕੇ ਰਾਮ ਰਾਏ ਦੇ ਅੱਗੇ ਖੜ ਗਏ ਸਨ, ਪਰ ਜਦੋਂ ਬਚਨ ਆਏ ਗੁਰਬਾਣੀ ਦੇ ਉੱਪਰ, ਤੇ ਗੁਰਬਾਣੀ ਦੀ ਪੰਕਤੀ ਜਿਹੜੀ ਸੀ ਉਹ ਰਾਮ ਰਾਏ ਨੇ ਬਦਲ ਦਿੱਤੀ। ਮਿੱਟੀ ਮੁਸਲਮਾਨ ਕੀ ਪੀੜੈ ਪਈ ਘੁਮਿਆਰ, ਇਹਦੀ ਜਗ੍ਹਾ ਤੇ ਕਹਿਣ ਲੱਗਾ ਜੀ ਨਹੀਂ, ਇਹਦੀ ਜਗ੍ਹਾ ਤੇ ਪੰਕਤੀ ਹੈ ਮਿੱਟੀ ਬੇਈਮਾਨ ਕੀ। ਜਦੋਂ ਸੱਚੇ ਪਾਤਸ਼ਾਹ ਹਜ਼ੂਰ ਮਹਾਰਾਜ ਜੀ ਨੂੰ ਪਤਾ ਲੱਗਾ ਤੇ ਕਹਿਣ ਲੱਗੇ ਕਿ ਰਾਮ ਰਾਏ ਜਿੱਧਰ ਨੂੰ ਤੇਰਾ ਮੂੰਹ ਹੈ ਉੱਧਰ ਨੂੰ ਚਲਿਆ ਜਾ, ਸਾਡੇ ਮੱਥੇ ਨਾ ਲੱਗੀ। ਆਪਣੇ ਪੁੱਤਰ ਨੂੰ ਵੀ ਗੁਰੂ ਘਰ ਤੋਂ ਬੇਮੁਖ ਕਰ ਦਿੱਤਾ ਸੀ, ਪਾਸੇ ਕਰ ਦਿੱਤਾ ਸੀ। ਜਿੱਥੇ ਕਰਾਮਾਤ ਭਲੇ ਲਈ ਹੈ, ਉੱਥੇ ਕਰਾਮਾਤ ਗੁਰੂ ਘਰ ਦੇ ਵਿੱਚ ਵੀ ਹੋਈ, ਗੁਰੂ ਘਰ ਦੇ ਵਿੱਚ ਵੀ ਕਰਾਮਾਤਾਂ ਵਾਪਰੀਆਂ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਪੁੱਤਰਾਂ ਦੀ ਪਰਖ ਲਈ। ਜਦੋਂ ਪੁੱਤਰ ਉਹਨਾਂ ਕਰਾਮਾਤਾਂ ਦੇ ਵਿੱਚ, ਉਹਨਾਂ ਪਰਖਾਂ ਦੇ ਵਿੱਚ ਖਰੇ ਨਹੀਂ ਨਿਕਲੇ, ਕਰਾਮਾਤਾਂ ਹੀ ਸੀ, ਪਰਖਾਂ ਸੀ ਮਹਾਰਾਜ ਜੀ ਦੀਆਂ, ਤੇ ਫਿਰ ਇੱਕ ਵੱਡੀ ਕਰਾਮਾਤ ਜਿਹੜੀ ਵਾਪਰਦੀ ਹੈ, ਹੁਣ ਤੱਕ ਦੁਨੀਆ ਦੇ ਇਤਿਹਾਸ ਵਿੱਚ ਕਦੇ ਨਹੀਂ ਹੋਇਆ ਸੀ ਕਿ ਜੇ ਕੋਈ ਗੱਦੀ ਚੱਲ ਰਹੀ ਹੈ ਜਾਂ ਕੋਈ ਪਾਤਸ਼ਾਹੀ ਬਾਦਸ਼ਾਹੀ ਦੀ ਚੱਲ ਰਹੀ ਹੈ, ਤਾਂ ਅੱਗੇ ਪੁੱਤਰਾਂ ਨੂੰ ਹੀ ਪ੍ਰਾਪਤ ਹੋਈ। ਜੇ ਵੱਡਾ ਪੁੱਤਰ ਲਾਇਕ ਨਹੀਂ ਤੇ ਛੋਟੇ ਪੁੱਤਰ ਨੂੰ ਮਿਲੀ। ਤੇ ਸੱਤੇ ਬਲਵੰਡ ਨੇ ਫਿਰ ਇਹ ਜ਼ਿਕਰ ਕੀਤਾ, ਉਹ ਕਹਿੰਦੇ ਪੁੱਤਰੀ ਕੌਲ ਨਾ ਪਾਲਿਓ ਕਰ ਪੀਰ ਹੋ ਕੰਨ ਮੁਰੱਟੀਐ, ਸ਼ਬਦ ਵਰਤੇ ਰਾਮਕਲੀ ਦੀ ਵਾਰ ਦੇ ਵਿੱਚ। ਉਲਟੀ ਗੰਗ ਵਹਾਏ ਓਨ, ਇਹ ਕਰਾਮਾਤ ਹੀ ਸੀ ਨਾ, ਉਲਟੀ ਗੰਗ ਵਹਾ ਦਿੱਤੀ। ਇਸੇ ਤਰ੍ਹਾਂ ਤੀਸਰੇ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਦੇ ਵੇਲੇ ਵੀ ਕਰਾਮਾਤਾਂ ਜਿਹੜੀਆਂ ਉਹ ਵਾਪਰੀਆਂ। ਜਦੋਂ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਮਹਾਰਾਜ ਜੀ ਨੇ ਵਰ ਦੇਤਾ ਕਿ ਇੱਥੇ ਹੁਣ ਮੌਤ ਨਹੀਂ ਆਏਗੀ, ਜਿੰਨਾ ਸਮਾਂ ਮਹਾਰਾਜ ਜੀ ਉੱਥੇ ਰਹੇ ਕਿਸੇ ਦੀ ਮੌਤ ਨਹੀਂ ਹੋਈ। ਸੋ ਇਸੇ ਤਰ੍ਹਾਂ ਬਾਕੀ ਗੁਰੂ ਸਾਹਿਬਾਨ ਦੇ ਵੇਲੇ ਵੀ ਘਟਨਾਵਾਂ ਜਿਹੜੀਆਂ ਸਿੱਖ ਇਤਿਹਾਸ ਵਿੱਚ ਆਉਂਦੀਆਂ ਨੇ, ਉਹ ਕਰਾਮਾਤਾਂ ਵਾਪਰੀਆਂ। ਇਹ ਗੁਰੂ ਕਾਲ ਦੀ ਜ਼ਿਕਰ ਹੈ। ਪਰ ਕਦੇ ਵੀ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੋ ਕਰਾਮਾਤਾਂ ਜਾਂ ਕੌਤਕ ਵਰਤਾਏ ਨੇ, ਉੱਥੇ ਆਪਣੀ ਹਉਮੈ ਨਹੀਂ ਜਤਾਈ, ਬਲਕਿ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਸਾਰਾ ਕੁਝ। ਜਦੋਂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਲਾਹੌਰ ਵਿਖੇ ਸ਼ਹੀਦ ਕਰਨ ਲੱਗੇ, ਸਾਈਂ ਮੀਆਂ ਮੀਰ ਜੀ ਕਰਾਮਾਤਾਂ ਦੇ ਧਨੀ ਸੀ, ਬੜੇ ਪੁੱਜੇ ਹੋਏ ਫਕੀਰ ਸਨ, ਬੜੇ ਰੋਹ ਵਿੱਚ ਆਏ ਤੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਕਹਿਣ ਲੱਗੇ, ਜੇ ਤੁਸੀਂ ਹੁਕਮ ਕਰੋ ਮੈਂ ਇਹਨਾਂ ਦਾ ਮਲੀਆ ਮੇਟ ਕਰ ਸਕਦਾ ਹੈ। ਤੇ ਸਤਿਗੁਰੂ ਜੀ ਕਹਿਣ ਲੱਗੇ, ਨਹੀਂ, ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਭਾਵ ਕਿ ਰਜਾ ਵਿੱਚ ਰਹਿਣਾ ਹੈ, ਹੁਕਮ ਵਿੱਚ ਰਹਿਣਾ, ਕਰਾਮਾਤ ਨਹੀਂ ਦਿਖਾਉਣੀ, ਆਪਣੇ ਸੈਲਫ ਡਿਫੈਂਸ ਲਈ ਕਰਾਮਾਤ ਨਹੀਂ ਦਿਖਾਉਣੀ। ਜਿੱਥੇ ਸਰਬੱਤ ਦਾ ਭਲਾ ਹੈ, ਉੱਥੇ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਇਹ ਕਾਰਜ ਹੋ ਸਕਦਾ ਹੈ। ਇਸੇ ਤਰ੍ਹਾਂ ਇੱਕ ਕਰਾਮਾਤ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੈ, ਜੋ ਛਿਨ ਛਿਨ ਪਲ ਪਲ ਹਰ ਵੇਲੇ ਕਰਾਮਾਤ ਤੋਂ ਭਾਵ ਇੱਕ ਵੱਖਰਾ ਕ੍ਰਾਂਤੀ ਜਿਹਨੂੰ ਕਹਿ ਦਿੰਦੇ ਆ, ਚੇਂਜ ਆਉਂਦਾ ਹੈ। ਅਤੇ ਇਹੋ ਹੀ ਤਾਂ ਕਰਾਮਾਤ ਹੈ ਜੋ ਸਾਡੇ ਜਿਹਨ ਦੇ ਵਿੱਚ ਨਹੀਂ, ਅਸੀਂ ਸੋਚ ਨਹੀਂ ਸਕਦੇ, ਉਹ ਕਰਾਮਾਤ ਹੈ। ਅਕਾਲ ਪੁਰਖ ਵਾਹਿਗੁਰੂ ਨੇ ਸ੍ਰਿਸ਼ਟੀ ਸਾਜੀ। ਹੁਣ ਕਿੰਨੇ ਕੁ ਪਿੱਛੇ ਬਚਨ ਆਪਾਂ ਪੜ੍ਹ ਹੀ ਆਏ ਹਾਂ ਕਿ ਮਹਾਰਾਜ ਜੀ ਨੇ ਦੇਖੋ ਬਿਨ ਥੰਮਾ ਗਗਨ ਰਹਾਇਆ, ਇਹ ਕਰਾਮਾਤ ਹੈ।
ਇੱਕ ਛੋਟਾ ਜਿਹਾ ਘਰ ਪਾਉਣਾ ਹੋਵੇ ਤੇ ਉਹਦੀਆਂ ਕੰਧਾਂ ਖੜੀਆਂ ਕਰਨੀਆਂ ਪੈਂਦੀਆਂ, ਬੀਮ ਲਾਉਣੇ ਪੈਂਦੇ ਨੇ, ਥੰਮਲੇ ਲਾਉਣੇ ਪੈਂਦੇ ਨੇ, ਫਿਰ ਜਾ ਕੇ ਘਰ ਖੜ੍ਹਦਾ। ਪਰ ਐਡਾ ਵੱਡਾ ਅਸਮਾਨ ਉਸ ਵਾਹਿਗੁਰੂ ਨੇ ਬਿਨ ਥੰਮਾ ਗਗਨ ਰਹਾਇਆ, ਬਿਨਾਂ ਕਿਸੇ ਸਹਾਰੇ ਤੋਂ ਐਡਾ ਵੱਡਾ ਅਸਮਾਨ। ਤੇ ਫਿਰ ਧਰਤੀ, ਇਹਦੇ ਬਾਰੇ ਬੜੀਆਂ ਮਨੌਤਾਂ ਚੱਲਦੀਆਂ ਨੇ ਕਿ ਧਰਤੀ ਨੂੰ ਜਿਹੜਾ ਧੌਲ ਬਲਦ ਨੇ ਆਪਣੇ ਸਿਰ ਦੇ ਉੱਪਰ ਚੁੱਕਿਆ ਹੋਇਆ ਹੈ, ਤੇ ਜਦੋਂ ਉਹ ਥੱਕ ਜਾਂਦਾ ਹੈ ਆਪਣਾ ਸਿੰਘ ਬਦਲਦਾ ਹੈ ਤੇ ਫਿਰ ਧਰਤੀ ਦੇ ਉੱਪਰ ਭੁਚਾਲ ਆਉਂਦਾ। ਇਹ ਕੇਵਲ ਮਨੌਤਾਂ ਨੇ। ਮਹਾਰਾਜ ਜੀ ਕਹਿੰਦੇ ਧਰਤੀ ਹੋਰ ਪਰੈ ਹੋਰ ਤਿਸਤੇ ਭਾਰ ਤਲੈ ਕਵਣ ਜੋਰ। ਦੱਸੋ ਉਹਦੇ ਥੱਲੇ ਕਿਹੜਾ ਬਲਦ ਬੈਠਾ ਹੈ? ਤਿਸਤੇ ਭਾਰ ਤਲੈ ਕਵਣ ਜੋਰ, ਕੌਣ ਹੈ ਉਹਦੇ ਥੱਲੇ? ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ, ਓੜ ਕੋੜ ਕਪਾਲ ਥੱਕੇ ਵੇਦ ਕਹਿ ਨੇ ਕਵਾਤ। ਪਤਾ ਹੀ ਨਹੀਂ ਕਿੰਨੇ ਕੋ ਆਕਾਸ਼ ਨੇ, ਕਿੰਨੇ ਕੋ ਪਾਤਾਲ ਨੇ। ਵਾਹਿਗੁਰੂ ਦੀ ਖੇਡ ਹੈ, ਉਸ ਵਾਹਿਗੁਰੂ ਦੇ ਕੌਤਕ ਨੇ। ਕਿੱਡੇ ਕਿੱਡੇ ਪਹਾੜ ਬਣਾ ਦਿੱਤੇ, ਕਿੰਨੇ ਤਰ੍ਹਾਂ ਦੀਆਂ ਧਰਤੀਆਂ ਬਣਾ ਦਿੱਤੀਆਂ, ਕਿੰਨੇ ਤਰ੍ਹਾਂ ਦੀ ਪੌਣ ਪਾਣੀ ਬਣਾ ਦਿੱਤੀ, ਕਿੰਨੇ ਤਰ੍ਹਾਂ ਦੀ ਜਿਹੜੀ ਅੱਗ ਹੈ ਉਹ ਬਣਾ ਦਿੱਤੀ। 3 ਤਰ੍ਹਾਂ ਦੀ ਅੱਗ ਮੁੱਖ ਰੂਪ ਦੇ ਵਿੱਚ ਮੰਨੀ ਜਾਂਦੀ ਹੈ। ਇੱਕ ਜਠਰਾ ਅਗਨ ਹੈ ਜੋ ਸਾਡੇ ਪੇਟ ਦੇ ਵਿੱਚ ਹੈ, ਜੋ ਸਾਡੇ ਪੇਟ ਦੇ ਖਾਧੇ ਹੋਏ ਖਾਣੇ ਨੂੰ ਪਚਾਉਂਦੀ ਹੈ। ਇੱਕ ਅੱਗ ਜੰਗਲ ਦੀ ਅੱਗ ਹੈ ਜੋ ਆਪਾਂ ਪ੍ਰਤੱਖ ਅੱਗ ਬਲਦੀ ਵੇਖਦੇ ਹਾਂ। ਇਹਦੇ ਹੁਣ ਨਵੇਂ ਰੂਪ ਵੀ ਸਾਹਮਣੇ ਆ ਚੁੱਕੇ, ਆਪਾਂ ਗੈਸ ਆਦਿ ਜੋ ਵਰਤਦੇ ਹਾਂ। ਇੱਕ ਸਮੁੰਦਰ ਦੀ ਅੱਗ ਹੈ ਜਿਹਨੂੰ ਬੜਵਾ ਅੱਗ ਕਿਹਾ ਜਾਂਦਾ ਹੈ, ਬੜਵਾ ਅੱਗ ਨਹੀਂ। ਹੁਣ ਇਹ ਬੜੀ ਹੈਰਾਨੀ ਵਾਲੀ ਗੱਲ ਆ, ਸਾਡੇ ਲਈ ਇਹ ਕੌਤਕ ਹੈ ਕਿਉਂਕਿ ਅਸੀਂ ਉਹ ਦੇਖੀ ਨਹੀਂ, ਅਸੀਂ ਕੇਵਲ ਗ੍ਰੰਥਾਂ ਵਿੱਚ ਪੜ੍ਹੀ ਹੈ, ਸੁਣੀ ਹੈ। ਬੜਵਾ ਅਗਨ ਦਾ ਕੰਮ ਹੈ ਕਿ ਉਹ ਸਮੁੰਦਰ ਦੇ ਪਾਣੀ ਨੂੰ ਸਾੜੀ ਜਾਂਦੀ ਹੈ। ਜੇ ਹੁਣ ਜਿੰਨੇ ਵੀ ਨਦੀਆਂ ਨਾਲਿਆਂ ਦਾ ਪਾਣੀ ਸਮੁੰਦਰ ਦੇ ਵਿੱਚ ਪੈਂਦਾ, ਸੋਚਣ ਵਾਲੀ ਗੱਲ ਹੈ ਕਿ ਇੰਨਾ ਪਾਣੀ ਜਾਂਦਾ ਕਿੱਥੇ ਹੈ। ਜੇ ਉਹ ਅੱਗ ਨਾ ਹੋਵੇ ਤੇ ਸਾਰੀ ਧਰਤੀ 'ਤੇ ਪਾਣੀ ਹੀ ਪਾਣੀ ਹੋ ਜਾਵੇ, ਕਿਤੇ ਵੀ ਕੋਈ ਪੈਰ ਰੱਖਣ ਨੂੰ ਥਾਂ ਨਾ ਮਿਲੇ। ਪਰ ਵਾਹਿਗੁਰੂ ਦੀ ਖੇਡ ਹੈ, ਵਾਹਿਗੁਰੂ ਦੀ ਕੁਦਰਤ ਹੈ। ਜੀਆਂ ਕਾ ਆਹਾਰ ਜੀ, ਜੇ ਇਹ ਬਚਨ ਆਪਾਂ ਪੜ੍ਹੀਏ ਤੇ ਇਹ ਵੀ ਵਾਹਿਗੁਰੂ ਦੀ ਇੱਕ ਕਰਾਮਾਤ ਹੈ। ਹੁਣ ਇਹਨੂੰ ਕਈ ਲੋਕ ਪੰਕਤੀ ਨੂੰ ਗਲਤ ਅਰਥਾਂ ਵਿੱਚ ਵਰਤ ਲੈਂਦੇ ਨੇ, ਜਿਹੜੇ ਮਾਸ ਆਦਿ ਖਾਂਦੇ ਨੇ, ਕਿ ਆਪਾਂ ਵੀ ਜੀ ਹਾਂ ਤੇ ਜੀਆਂ ਦਾ ਆਹਾਰ ਜੀ। ਮਹਾਰਾਜ ਨੇ ਗੁਰਬਾਣੀ ਵਿੱਚ ਕਿਹਾ ਨਹੀਂ, ਪਾਤਸ਼ਾਹ ਨੇ ਉਹਨਾਂ ਜਾਨਵਰਾਂ ਲਈ ਕਿਹਾ ਜਿਸ ਤਰ੍ਹਾਂ ਆਪਾਂ 8ਵੀਂ 10ਵੀਂ ਦੀ ਸਾਇੰਸ ਦੇ ਵਿੱਚ ਪੜ੍ਹਦੇ ਹੁੰਦੇ ਸਾਂ। ਚੂਹੇ ਨੂੰ ਬਿੱਲੀ ਖਾਂਦੀ, ਬਿੱਲੇ ਨੂੰ ਕੁੱਤਾ ਖਾਂਦਾ ਤੇ ਕੁੱਤੇ ਨੂੰ ਅੱਗੇ ਇੱਕ ਸਰਕਲ ਬਣਦਾ ਹੈ ਸਮਝਣ ਵਾਸਤੇ ਕਿ ਕਿਸ ਤਰ੍ਹਾਂ ਖੇਡ ਚੱਲਦੀ ਹੈ। ਇੱਕ ਦੂਜੇ ਨੂੰ ਜਿਹੜਾ ਹੈ ਛੋਟੇ ਤੋਂ ਵੱਡੇ, ਵੱਡੇ ਤੋਂ ਹੋਰ ਵੱਡੇ, ਵੱਡੇ ਤੋਂ ਹੋਰ ਵੱਡੇ ਜੀਆਂ ਨੂੰ ਖਾਣ ਵਾਸਤੇ। ਇਸ 'ਤੇ ਬਹੁਤ ਵੱਡਾ ਜਿਹੜਾ ਹੈ, ਜੇ ਵੇਖਿਆ ਜਾਵੇ ਜਿਸ ਤਰ੍ਹਾਂ ਸਹਾਰਾ ਡੈਜ਼ਰਟ ਦੀ ਗੱਲ ਆਉਂਦੀ ਹੈ ਸਾਊਥ ਅਫਰੀਕਾ ਦੇ ਵਿੱਚ, ਉਹ ਸਾਰਾ ਜੰਗਲ ਹੁੰਦਾ ਸੀ ਪਹਿਲਾਂ, ਬੜੀ ਸਦੀਆਂ ਪਹਿਲਾਂ। ਉਹ ਕਿਉਂ ਰੇਗਿਸਤਾਨ ਬਣ ਗਿਆ, ਉਹਦਾ ਬੜਾ ਲੰਬਾ ਇਤਿਹਾਸ ਹੈ ਕਿ ਜਦੋਂ ਅਸੀਂ ਕਿਸੇ ਇੱਕ ਪ੍ਰਜਾਤੀ ਨੂੰ ਖਤਮ ਕਰ ਦਿੰਦੇ ਹਾਂ ਤੇ ਉਹਦਾ ਨੁਕਸਾਨ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਆਉਂਦਾ ਹੈ। ਸੋ ਇਸ ਤਰ੍ਹਾਂ ਵਾਹਿਗੁਰੂ ਦੀ ਜਿਹੜੀ ਲੀਲਾ ਹੈ, ਬੜੀਆਂ ਹੋਰ ਬੇਅੰਤ ਵਿਚਿੱਤਰ ਗੱਲਾਂ ਜਿਹੜੀਆਂ ਆਪਾਂ ਕਰ ਸਕਦੇ ਹਾਂ ਇਸ ਸੰਬੰਧ ਦੇ ਵਿੱਚ ਕਿ ਵਾਹਿਗੁਰੂ ਦੀਆਂ ਖੇਡਾਂ ਹੀ ਨੇ। ਕੁਦਰਤ ਦੀਆਂ ਆਪਾਂ 6 ਰੁੱਤਾਂ ਮੰਨਦੇ ਹਾਂ ਹਿੰਦੁਸਤਾਨ ਦੇ ਅਨੁਸਾਰ। 6 ਰੁੱਤਾਂ ਦੇ ਵਿੱਚ ਕਦੇ ਪਤਝੜ ਆਉਂਦੀ ਹੈ, ਕਿਤੇ ਨਵੀਂ ਰੁੱਤ ਆਉਂਦੀ ਹੈ, ਬਸੰਤ ਆਉਂਦੀ ਹੈ, ਬਹਾਰ ਆਉਂਦੀ ਹੈ, ਮੀਂਹ ਪੈਂਦਾ ਹੈ, ਗਰਮੀ ਹੈ, ਠੰਡ ਹੈ। ਇਹ ਵਾਹਿਗੁਰੂ ਦੇ ਕੌਤਕ ਹੀ ਹੈ ਨਾ। ਕਦੇ ਬਹੁਤ ਜ਼ਿਆਦਾ ਠੰਡਾ ਮੌਸਮ ਆ ਜਾਂਦਾ ਹੈ ਤੇ ਕਿਤੇ ਬਿਲਕੁਲ ਸੁਹਾਵਣਾ ਮੌਸਮ ਬਣ ਜਾਂਦਾ ਹੈ। ਕਿਤੇ ਦਿਨ ਹੈ, ਕਿਤੇ ਰਾਤ ਹੈ, ਕਿਤੇ ਸੂਰਜ ਦਰਸ਼ਨ ਦੇ ਰਿਹਾ, ਕਿਤੇ ਚੰਦਰਮਾ ਦਰਸ਼ਨ ਦੇ ਰਿਹਾ। ਸੋ ਇਹ ਸਭ ਵਾਹਿਗੁਰੂ ਦੀਆਂ ਖੇਡਾਂ ਨੇ। ਇਹ ਸਾਰੇ ਆਪੋ ਆਪਣੇ ਕਾਰ ਵਿਹਾਰ ਦੇ ਵਿੱਚ ਲੱਗਿਆ ਹੋਏ ਹਨ। ਮਹਾਰਾਜ ਕਹਿਣ ਲੱਗੇ ਜਾ ਕੀ ਲੀਲਾ ਕੀ ਮਿਤ ਨਾਹੇ। ਇਹ ਵਾਹਿਗੁਰੂ ਦੀਆਂ ਲੀਲਾ ਹੈ, ਵਾਹਿਗੁਰੂ ਦੇ ਕੌਤਕ ਹਨ, ਉਸ ਵਾਹਿਗੁਰੂ ਦੀਆਂ ਕਰਾਮਾਤਾਂ ਹਨ। ਉਸ ਦੀ ਮਰਿਆਦਾ ਨੂੰ ਕੋਈ ਜਾਣ ਨਹੀਂ ਸਕਦਾ, ਸਮਝ ਨਹੀਂ ਸਕਦਾ। ਸਗਲ ਦੇਵ ਹਾਰੇ ਅਵਗਾਹੇ। ਮਹਾਰਾਜ ਜੀ ਕਹਿਣ ਲੱਗੇ ਬੰਦਿਆਂ ਦੀ ਤੇ ਗੱਲ ਦੂਰ, ਦੇਵਤਿਆਂ ਨੂੰ ਉੱਤਮ ਮੰਨਿਆ ਗਿਆ। ਸ੍ਰੇਸ਼ਟ ਪੁਰਸ਼ਾਂ ਦੇ ਵਿੱਚ ਉਹਨਾਂ ਦਾ ਜ਼ਿਕਰ ਆਉਂਦਾ ਹੈ। ਕਹਿਣ ਲੱਗੇ ਦੇਵਤੇ ਵੀ ਹਾਰ ਗਏ, ਇਹ ਸਾਰਾ ਕੁਝ ਲੱਭਦੇ ਪਤਾ ਕਰਦੇ। ਪਿਤਾ ਕਾ ਜਨਮ ਕੇ ਜਾਣੈ ਪੂਤ। ਮਹਾਰਾਜ ਜੀ ਕਹਿਣ ਲੱਗੇ ਕਿ ਪਿਤਾ ਕਾ ਜਨਮ ਕੇ ਜਾਣੈ ਪੂਤ। ਜਿਵੇਂ ਕਿ ਪਿਤਾ ਦੇ ਜਨਮ ਬਾਰੇ ਪੁੱਤਰ ਨੂੰ ਕੀ ਪਤਾ,
ਭਾਵੇਂ ਕਿ ਉਦੋਂ ਪੁੱਤਰ ਦਾ ਹਜੇ ਜਨਮ ਹੀ ਨਹੀਂ ਹੋਇਆ। ਉਹ ਤੇ ਪਿਤਾ ਜਦੋਂ ਜਵਾਨ ਹੋਇਆ, ਮੈਰਿਜ ਹੋਈ, ਉਸ ਤੋਂ ਬਾਅਦ ਅੱਗੇ ਜਾ ਕੇ ਪੁੱਤਰ ਦਾ ਜਨਮ ਹੁੰਦਾ ਹੈ। ਪਿਤਾ ਦੇ ਜਨਮ ਦੀਆਂ ਜਿਹੜੀਆਂ ਘਟਨਾਵਾਂ ਜੇ ਕੋਈ ਬੱਚੇ ਨੂੰ ਨਾ ਦੱਸੇ ਤੇ ਬੱਚਾ ਕਿਵੇਂ ਜਾਣ ਸਕਦਾ ਹੈ ਕਿ ਮੇਰੇ ਪਿਤਾ ਦਾ ਜਨਮ ਕਿਵੇਂ ਹੋਇਆ ਸੀ। ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਸਭਨਾਂ ਦਾ ਪਿਤਾ ਹੈ। ਆਪਾਂ ਉਸ ਵਾਹਿਗੁਰੂ ਦੇ ਪੁੱਤਰ ਹਾਂ ਤੇ ਉਸ ਪਿਤਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਹੋਂਦ ਵਿੱਚ ਆਉਣਾ, ਸ੍ਰਿਸ਼ਟੀ ਸਾਜਣੀ, ਇਹ ਸਾਰਾ ਕੁਝ ਆਪਾਂ ਕਿਵੇਂ ਪਤਾ ਕਰ ਸਕਦੇ ਹਾਂ। ਸਗਲ ਪਰੋਈ ਆਪਣਾ ਸੂਤ। ਤੇ ਸਾਰੀ ਸ੍ਰਿਸ਼ਟੀ ਉਸ ਵਾਹਿਗੁਰੂ ਨੇ ਆਪਣੇ ਸੂਤ ਦੇ ਵਿੱਚ, ਜਿਸ ਤਰ੍ਹਾਂ ਸੂਤ ਦੇ ਵਿੱਚ ਮੋਤੀ ਪਰੋਏ ਹੋਏ ਹਨ, ਮਾਲਾ ਆਪਾਂ ਦੇਖਦੇ ਹਾਂ, ਮਣਕੇ ਪਰੋਏ ਹੋਏ ਹੁੰਦੇ ਹਨ। ਇਸੇ ਤਰ੍ਹਾਂ ਸਾਰੀ ਕਾਇਨਾਤ, ਸਾਰੀ ਸ੍ਰਿਸ਼ਟੀ, ਖੰਡ ਬ੍ਰਹਿਮੰਡ ਜੋ ਕੁਝ ਵੀ ਹੈ ਇੱਕ ਸੂਤ ਦੇ ਵਿੱਚ ਹੀ ਪਰੋਇਆ ਹੋਇਆ। ਭਾਵੇਂ ਕਿ ਉਹ ਸਾਰਾ ਜਿਹੜਾ ਸੂਤ ਦਾ ਜਾਂ ਜਿਹੜੀ ਮਾਲਾ ਹੈ ਜਾਂ ਸੂਤ ਦਾ ਜਿਹੜਾ ਇੱਕ ਸਿਰਾ ਹੈ ਉਸ ਪਰਮਾਤਮਾ ਦੇ ਹੱਥ ਵਿੱਚ ਹੈ। ਸੋ ਮਤ ਗਿਆਨ ਧਿਆਨ ਜਨ ਦੇ। ਸੋ ਮਤ, ਸ੍ਰੇਸ਼ਟ ਮਤ, ਵਿਸ਼ੇਸ਼ ਬੁੱਧੀ, ਗਿਆਨ, ਵਿਵੇਕ, ਬੁੱਧ ਵਾਹਿਗੁਰੂ ਜਿਨ੍ਹਾਂ ਨੂੰ ਬਖਸ਼ ਦਿੰਦੇ ਹਨ ਉਹਨਾਂ ਨੂੰ ਗਿਆਨ, ਪ੍ਰਤੱਖ ਗਿਆਨ ਸਰਗੁਣ ਸਰੂਪ ਦੇ ਵਿੱਚ, ਧਿਆਨ, ਨਿਰਗੁਣ ਦਾ ਧਿਆਨ ਧਾਰਨਾ, ਸਮਾਧੀ ਲਾਉਣੀ, ਇਹ ਸਾਰਾ ਗਿਆਨ ਕਰਾ ਦਿੰਦੇ ਹਨ। ਜਨ ਦਾਸ ਨਾਮ ਧਿਆਵਹਿ ਸੇ। ਤੇ ਜਿਨ੍ਹਾਂ ਨੂੰ ਇਹ ਸੋਝੀ ਕਰਾਉਂਦੇ ਹਨ ਵਾਹਿਗੁਰੂ ਜੀ, ਉਹੋ ਹੀ ਸੇਵਕ ਫਿਰ ਵਾਹਿਗੁਰੂ ਦਾ ਨਾਮ ਧਿਆਉਂਦੇ ਹਨ। ਇਹ ਗਣ ਮਹਿ ਜਾ ਕੋ ਪਰਮਾਏ। ਪਰ ਜੇ ਕਿਸੇ ਨੂੰ ਉਹ ਤਿੰਨਾਂ ਗੁਣਾਂ ਦੇ ਵਿੱਚ ਰਾਜ ਗੁਣ, ਤਮ ਗੁਣ, ਸਤ ਗੁਣ ਕਹੀਏ, ਇਹ ਤੇਰੀ ਸਭ ਮਾਇਆ, ਜਿਨ੍ਹਾਂ ਨੂੰ ਇਹਨਾਂ ਤਿੰਨਾਂ ਮਾਇਆ ਦੇ ਰੰਗਾਂ ਦੇ ਵਿੱਚ ਉਲਝਾ ਦਿੰਦੇ ਹਨ। ਜਨਮ ਮਰੈ ਫਿਰ ਆਵੈ ਜਾਏ। ਜਿਹੜਾ ਤੇ ਇਹਨਾਂ ਤਿੰਨਾਂ ਰੂਪਾਂ ਤੋਂ, ਤਿੰਨਾਂ ਰੰਗਾਂ ਤੋਂ ਬਾਹਰ ਹੋ ਗਿਆ, ਉਹ ਤੇ ਚੌਥੇ ਪਦ ਵਿੱਚ ਚਲਿਆ ਗਿਆ, ਉਹ ਤੇ ਬ੍ਰਹਮ ਰੂਪ ਹੋ ਗਿਆ, ਪ੍ਰਮਾਤਮਾ ਦੇ ਵਿੱਚ ਇੱਕ ਮਿਕ ਹੋ ਗਿਆ। ਪਰ ਜਿਹੜਾ ਇਹਨਾਂ ਤਿੰਨਾਂ ਰੂਪਾਂ ਦੇ ਵਿੱਚ ਫਸ ਗਿਆ, ਉਲਝ ਗਿਆ, ਮਹਾਰਾਜ ਕਹਿਣ ਲੱਗੇ ਜਨਮ ਮਰੈ, ਉਹ ਜਨਮ ਲੈਂਦਾ ਹੈ, ਮਰਦਾ ਹੈ, ਫੇਰ ਜੰਮਦਾ ਹੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਪਤਾ ਹੀ ਨਹੀਂ ਕਿਹੜਿਆਂ ਦੇਸ਼ਾਂ ਦੇ ਵਿੱਚ ਹੋ ਆਇਆ, ਦੂਰ ਹੋ ਚੱਲ ਕੇ ਮੈਂ ਤੱਕੀ ਤੋ ਸਰਨਾਏ ਜਿਓ, ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜਿਓ। ਪਤਾ ਹੀ ਨਹੀਂ ਕਿਹੜੀਆਂ ਕਿਹੜੀਆਂ ਜੂਨਾਂ ਦੇ ਵਿੱਚ ਚੱਲਦਾ ਹੋਇਆ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਿਤੇ ਹਾਥੀ ਬਣਿਆ, ਕਿਤੇ ਕੀੜੇ ਬਣਿਆ, ਕਿਤੇ ਪਹਾੜ ਆਦ ਬਣਿਆ, ਕਿਤੇ ਪਾਣੀ, ਕਿਤੇ ਜਲ, ਕਿਤੇ ਮਛਲੀ, ਪਤਾ ਹੀ ਨਹੀਂ ਕਿਹੜੀਆਂ ਜੂਨਾਂ ਦੇ ਵਿੱਚੋਂ ਨਿਕਲਦਾ ਹੋਇਆ। ਮਹਾਰਾਜ ਕਹਿਣ ਲੱਗੇ ਬਿਲ ਲਾਏ ਇਉਂ ਵਿਰਲਾਪ ਕਰਦਾ ਹੈ। ਊਚ ਨੀਚ ਤਿਸ ਕੇ ਅਸਥਾਨ। ਊਚ ਤੋਂ ਭਾਵ ਉੱਚਾ ਅਸਮਾਨ, ਨੀਚ ਤੋਂ ਭਾਵ ਪਤਾਲ, ਊਚ ਤੋਂ ਭਾਵ ਸਵਰਗ, ਨੀਚ ਤੋਂ ਭਾਵ ਨਰਕ, ਊਚ ਤੋਂ ਭਾਵ ਬ੍ਰਹਮ, ਨੀਚ ਤੋਂ ਭਾਵ ਜੀਵ, ਛੋਟੇ ਜਿਹੇ ਕੀੜੇ, ਕਿਰਮ ਜੰਤ। ਇਹ ਸਾਰਾ ਕੁਝ ਉਸ ਵਾਹਿਗੁਰੂ ਦੇ ਹੀ ਸਥਾਨ ਟਿਕਾਣੇ ਹਨ। ਜੈਸਾ ਜਨਾਵੈ ਤੈਸਾ ਨਾਨਕ ਜਾਨ। ਹੇ ਵਾਹਿਗੁਰੂ, ਜਿਸ ਤਰ੍ਹਾਂ ਦਾ ਗਿਆਨ ਤੁਸੀਂ ਕਰਾ ਦਿੰਦੇ ਹੋ, ਸੋਝੀ ਕਰਾ ਦਿੰਦੇ ਹੋ ਇਸ ਜੀਵ ਨੂੰ, ਉਸੇ ਤਰ੍ਹਾਂ ਹੀ ਇਹ ਜੀਵ ਸਮਝਦਾ ਹੈ। ਇਹਦੇ ਆਪਣੇ ਪੱਲੇ, ਇਹਦੇ ਆਪਣੇ ਵੱਸ ਕੁਝ ਨਹੀਂ ਹੈ। ਨਾਨਾ ਰੂਪ ਨਾਨਾ ਜਾ ਕੇ ਰੰਗ। ਨਾਨਾ, ਹੁਣ ਪਾਠ ਜਿਹੜਾ ਹੈ ਨੰਨੇ ਨੂੰ ਕੰਨਾ ਤੇ ਨੰਨੇ ਨੂੰ ਕੰਨਾ। ਜੇ ਨਾਰਮਲ ਆਪਾਂ ਪੜ੍ਹਨਾ ਹੋਵੇ ਤੇ ਪਾਠ ਨਾਨਾ ਬਣਦਾ ਹੈ, ਪਰ ਗੁਰਬਾਣੀ ਸੰਥਿਆ ਜਦੋਂ ਆਪਾਂ ਕਰਦੇ ਹਾਂ ਤਾਂ ਉਸਤਾਦਾਂ ਵੱਲੋਂ ਇਹ ਦੱਸਿਆ ਜਾਂਦਾ ਹੈ ਕਿ ਇਹ ਪਾਠ ਥੋੜ੍ਹਾ ਜਿਹਾ ਇਹਨਾਂ ਦੇ ਵਿੱਚ ਨੰਨੇ ਦੇ ਨਾਲ ਹਾਹੇ ਦੀ ਟੋਨ ਦੇਣੀ ਹੈ। ਨਾਨਾ ਭਾਵ ਬਹੁਤ ਜ਼ਿਆਦਾ, ਬਹੁਤ ਨਾਨਾ ਭੇਖ। ਉਸ ਵਾਹਿਗੁਰੂ ਦੇ ਅਨੇਕਾਂ ਹੀ ਭੇਖ ਨੇ, ਨਾਨਾ ਰੂਪ, ਨਾਨਾ ਜਾ ਕੇ ਰੰਗ। ਹੁਣ ਦੇਖੋ ਕੈਸੀ ਵਿਚਿੱਤਰ ਖੇਡ ਹੈ। ਸਹਿਸ ਤਵ ਨੈਣ ਨਨ ਨੈਣ ਹਹੇ ਤੋਹੇ ਕਉ, ਸਹਿਸ ਮੂਰਤ ਨਨਾ ਇੱਕ ਤੋਹੀ। ਇੱਕ ਬੰਨੇ ਤੇ ਕਹਿੰਦੇ ਸਾਰੀਆਂ ਹੀ ਮੂਰਤਾਂ ਤੇਰੀਆਂ ਨੇ, ਪਰ ਦੂਜਾ ਪੱਖ ਵੇਖਿਆ ਜਾਵੇ ਤੇਰੀ ਕੋਈ ਮੂਰਤੀ ਨਹੀਂ। ਇੱਕ ਪਾਸੇ ਕਿਹਾ ਗਿਆ ਹੈ ਸਹਿਸ ਤਵ ਨੈਣ, ਤੇਰੇ ਹਜ਼ਾਰਾਂ ਲੱਖਾਂ ਹੀ ਨੇਤਰ ਨੇ, ਪਰ ਦੂਜਾ ਪੱਖ ਕਿਹਾ ਗਿਆ ਤੇਰਾ ਕੋਈ ਨੇਤਰ ਹੀ ਨਹੀਂ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ,
रूप रंग अर रेख भेख को कह न सकत के अचल मूर तन भव प्रकाश अमितोज कहिजै। ਉਹ ਤੇ ਰੂਪ ਰੇਖ ਤੋਂ ਨਿਆਰਾ ਹੈ, ਉਹ ਤੇ ਚੱਕਰ ਚਿਹਨ ਤੋਂ ਬਾਹਰ ਹੈ, ਉਹ ਤੇ ਅਜੂਨੀ ਸਹਿ ਭੰਗ ਹੈ, ਸੁਤੇ ਪ੍ਰਕਾਸ਼ ਹੈ। ਫਿਰ ਉਹਦਾ ਸਰੂਪ ਕਿਵੇਂ ਬਣਿਆ, ਨਾਨਾ ਰੂਪ ਕਿਵੇਂ ਹੋਏ, ਨਾਨਾ ਰੰਗ ਕਿਵੇਂ ਹੋਏ? ਕਿਉਂਕਿ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਸਰਗੁਣ ਦੇ ਵਿੱਚ ਵੀ ਉਹ ਆਪ ਹੈ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਜਦੋਂ ਉਹ ਸਰਗੁਣ ਰੂਪ ਦੇ ਵਿੱਚ ਹੁੰਦਾ ਹੈ ਉਦੋਂ ਹਰ ਇੱਕ ਜੀਆਂ ਦੇ ਵਿੱਚ ਉਹ ਬੈਠਾ ਹੈ। ਉਦੋਂ ਊਚ ਨੀਚ ਮਹਿ ਜੋਤ ਸਮਾਨੀ ਘਟ ਘਟ ਮਾਧੋ ਬੀਆ। ਉਦੋਂ ਉੱਚੇ ਤੇ ਨੀਵੇਂ ਭਾਵ ਹਰੇਕ ਦੇ ਵਿੱਚ, ਪਸ਼ੂ ਦੇ ਵਿੱਚ, ਪੰਛੀ ਦੇ ਵਿੱਚ, ਪਰਿੰਦੇ ਦੇ ਵਿੱਚ, ਹਰ ਇੱਕ ਦੇ ਵਿੱਚ ਉਹ ਵਸਿਆ ਹੋਇਆ ਹੈ। ਅਤੇ ਜਦੋਂ ਉਹ ਨਿਰਗੁਣ ਰੂਪ ਦੇ ਵਿੱਚ ਹੁੰਦਾ ਹੈ ਅਤੇ ਫਿਰ ਉਹਨੂੰ ਪਛਾਣਨਾ ਔਖਾ ਹੈ, ਫਿਰ ਉਹਦਾ ਪਤਾ ਨਹੀਂ ਚੱਲਦਾ। ਇਉਂ ਸਰਗੁਣ ਰੂਪ ਦੇ ਵਿੱਚ ਨਾਨਾ ਰੂਪ ਮਹਾਰਾਜ ਜੀ ਸਾਰੇ ਜਿੰਨੇ ਵੀ ਜੀਵ ਨੇ ਇਹ ਤੇਰਾ ਹੀ ਰੂਪ ਹੈ, ਤੇਰਾ ਹੀ ਰੰਗ ਹੈ। ਨਾਨਾ ਭੇਖ ਕਰਹਿ ਇਕ ਰੰਗ ਅਨੇਕ ਹੈ ਫਿਰ ਏਕ ਹੈ। ਜਾਪ ਸਾਹਿਬ ਦੇ ਵਿੱਚ ਆਪਾਂ ਪੜ੍ਹਦੇ ਹਾਂ, ਵਾਹਿਗੁਰੂ ਅਨੇਕਾਂ ਹੀ ਤੇਰੇ ਭੇਖ ਨੇ, ਪਤਾ ਨਹੀਂ ਕਿਹੜੇ ਭੇਖ ਦੇ ਵਿੱਚ ਤੂੰ ਆ ਜਾਵੇਂ, ਕਿਹੜਾ ਤੇਰਾ ਰੂਪ ਹੈ ਤੈਨੂੰ ਕੋਈ ਪਛਾਣ ਨਹੀਂ ਸਕਦਾ। ਕਈ ਵਾਰ ਪਰਮਾਤਮਾ ਨੇ ਆਪਣੇ ਭਗਤਾਂ ਦੀ ਪਰਖ ਵੀ ਲਈ। ਬਲ ਰਾਜੇ ਦਾ ਜ਼ਿਕਰ ਆਉਂਦਾ ਇਤਿਹਾਸ ਦੇ ਵਿੱਚ, ਪੁਰਾਣਾਂ ਦੇ ਵਿੱਚ, ਕਿ ਬਲ ਰਾਜਾ ਬੜਾ ਧਰਮੀ ਸੀ। ਜਦੋਂ ਪਰਮਾਤਮਾ ਆਪਣਾ ਸਰੂਪ ਇੱਕ ਬ੍ਰਾਹਮਣ ਦੇ ਰੂਪ ਵਿੱਚ ਧਾਰਨ ਕਰਕੇ ਆਉਂਦਾ ਹੈ ਅਤੇ ਆ ਕੇ ਬਲ ਰਾਜਾ ਜੋ ਬੜਾ ਧਰਮੀ ਸੀ ਅਤੇ ਬੜਾ ਦਾਨ ਪੁੰਨ ਕਰਦਾ ਸੀ, ਅਤੇ ਕੀ ਮੰਗਦੇ ਨੇ ਕਿ ਮੈਨੂੰ 2.5 ਗਜ ਧਰਤੀ ਜਿਹੜੀ ਹੈ ਉਹ ਦੇ ਦੇ। ਅਤੇ ਉਹ ਪ੍ਰਣ ਹੁੰਦਾ ਹੈ। ਬਲ ਰਾਜੇ ਨੇ ਉਹ ਪ੍ਰਣ ਕਰ ਲਿਆ। ਕਹਿਣ ਲੱਗੇ ਹੁਣ ਉਹ ਪਰਮਾਤਮਾ ਆਪ ਹੀ ਬਲ ਰਾਜੇ ਨੂੰ ਛਲਣ ਵਾਸਤੇ ਆਇਆ ਸੀ, ਆਪਣਾ ਸਰੂਪ ਉਹਨੇ ਬਦਲਿਆ, ਭੇਖ ਆਪਣਾ ਬਦਲਿਆ ਸੀ, ਪ੍ਰਣ ਕਰ ਲਿਆ। ਅਤੇ ਕਹਿਣ ਲੱਗੇ 2 ਗਜਾਂ ਦੇ ਵਿੱਚ ਹੀ, 2 ਲਾਂਘਾਂ ਦੇ ਵਿੱਚ ਹੀ ਸਾਰੀ ਧਰਤੀ ਜਿਹੜੀ ਮਿਲ ਲਈ। ਅਤੇ ਕਹਿਣ ਲੱਗੇ ਹਜੇ ਅੱਧਾ ਗਜ ਬਾਕੀ ਹੈ, ਉਹਦੇ ਬਦਲੇ ਜਿਹੜਾ ਹੈ ਬਲ ਰਾਜੇ ਨੂੰ ਪਤਾਲ ਦਾ ਰਾਜ ਭਾਗ ਮਿਲਿਆ, ਕਿਉਂਕਿ ਧਰਤੀ ਦਾ ਸਾਰਾ ਰਾਜ ਭਾਗ ਪ੍ਰਮਾਤਮਾ ਨੇ ਆਪਣੇ ਹੱਥ ਵਿੱਚ ਕਰ ਲਿਆ ਸੀ। ਸੋ ਇਉਂ ਹਜ਼ੂਰ ਸਾਹਿਬ ਦੀ ਧਰਤੀ 'ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਵੀ ਇਹ ਕੌਤਕ ਵਰਤਾਏ। ਹੋਰ ਵੀ ਬੜੀਆਂ ਘਟਨਾਵਾਂ ਆਉਂਦੀਆਂ ਹਨ ਜਦੋਂ ਪ੍ਰਮਾਤਮਾ ਨੇ ਆਪਣੇ ਸਰੂਪ ਆਪ ਬਦਲੇ। ਸੋ ਉਹ ਵਾਹਿਗੁਰੂ ਦੇ ਅਨੇਕਾਂ ਹੀ ਭੇਖ ਹਨ। ਨਾਨਾ ਬਿਦ ਕੀਨੋ ਬਿਸਥਾਰ। ਅਨੇਕਾਂ ਤਰੀਕਿਆਂ ਦੇ ਨਾਲ, ਵਿਧੀਆਂ ਦੇ ਨਾਲ ਆਪਣੇ ਇਸ ਪਸਾਰੇ ਦਾ ਜਿਹੜਾ ਵਿਸਥਾਰ ਪ੍ਰਮਾਤਮਾ ਨੇ ਕੀਤਾ ਹੈ। ਪ੍ਰਭ ਅਬਿਨਾਸ਼ੀ ਏਕੰਕਾਰ। ਉਹ ਜੋ ਪ੍ਰਭੂ ਹੈ ਅਬਿਨਾਸ਼ੀ, ਉਹ ਨਾਸ਼ ਨਹੀਂ ਹੁੰਦਾ, ਉਹ ਏਕੰਕਾਰ ਹੈ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਪੰਗੁਰ ਪ੍ਰਸਾਦ ਜਾਪਾਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਉਹ ਵਾਹਿਗੁਰੂ ਅਬਿਨਾਸ਼ੀ ਹੈ ਤੇ ਇੱਕ ਹੈ। ਨਾਨਾ ਚਲਤ ਕਰੇ ਖਿਨ ਮਾਹੇ। ਇੱਕ ਖਿਨ ਮਾਤਰ ਸਮੇਂ ਦੇ ਵਿੱਚ ਬੜੇ ਵੱਡੇ ਵੱਡੇ ਕੌਤਕ ਉਹ ਵਰਤਾ ਦਿੰਦਾ ਹੈ। ਇਹ ਉਹਦੀ ਖੇਡ ਹੈ। ਖੇਲੈ ਸਗਲ ਜਗਤ, ਸਾਰਾ ਸੰਸਾਰ ਖੇਡ ਰਿਹਾ ਹੈ, ਉਹ ਬੈਠਾ ਵੇਖ ਰਿਹਾ ਹੈ। ਖਿਨ ਮੈਂ ਰਾਓ ਰੰਕ ਕੋ ਕਰਈ, ਰਾਓ ਰੰਕ ਕਰ ਡਾਰੇ, ਰੀਤੇ ਭਰੇ ਭਰੇ ਸਖਨਾਵੇ ਯਹ ਤਾਕਾ ਵਿਵਹਾਰੋ। ਖਾਲੀਆਂ ਨੂੰ ਭਰੇ ਅਤੇ ਭਰੀਆਂ ਨੂੰ ਖਾਲੀ, ਰਾਜਿਆਂ ਨੂੰ ਕੰਗਾਲ ਅਤੇ ਕੰਗਾਲਾਂ ਨੂੰ ਪਾਤਸ਼ਾਹੀਆਂ ਬਖਸ਼ਣ ਵਾਲਾ ਹੈ। ਇੱਕ ਖਿਨ ਮਾਤਰ ਸਮੇਂ ਵਿੱਚ ਵੱਡੇ ਵੱਡੇ ਕੌਤਕ ਕਰਨ ਵਾਲਾ ਹੈ। ਪੂਰ ਰਹਿਓ ਪੂਰਨ ਸਭ ਠਾਏ। ਉਹ ਵਾਹਿਗੁਰੂ ਹਰ ਇੱਕ ਥਾਂ 'ਤੇ ਹੈ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਹਰ ਇੱਕ ਥਾਂ 'ਤੇ ਉਹ ਵਸਿਆ ਹੋਇਆ ਹੈ, ਹਰ ਇੱਕ ਜਗ੍ਹਾ 'ਤੇ ਉਹਦਾ ਟਿਕਾਣਾ ਹੈ। ਉਹ ਵਾਹਿਗੁਰੂ
ਪੂਰ ਰਹਿਓ ਪੂਰਨ ਸਭ ਠਾਈ। ਹਰ ਇੱਕ ਥਾਂ ਤੇ ਪੂਰਨ ਸਭ ਠਾਏ, ਹਰ ਇੱਕ ਥਾਂ ਦੇ ਉੱਪਰੋਂ ਵਾਹਿਗੁਰੂ ਪਰਿਪੂਰਨ ਹੈ। ਨਾਨਾ ਬਿਦ ਕਰ ਬਨਤ ਬਨਾਈ। ਇਹ ਸਾਰੇ ਸੰਸਾਰ ਦੀ ਜਿਹੜੀ ਬਣਤ ਹੈ ਉਹ ਵੀ ਬੜੇ ਤਰੀਕਿਆਂ ਦੇ ਨਾਲ ਪ੍ਰਮਾਤਮਾ ਨੇ ਬਣਾਈ ਹੈ। ਆਪਣੀ ਕੀਮਤ ਆਪੇ ਪਾਈ। ਹੁਣ ਵਾਹਿਗੁਰੂ ਦੀ ਕੀਮਤ ਕੌਣ ਪਾ ਸਕਦਾ ਹੈ? ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ, ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ। ਰੋਜ਼ਾਨਾ ਪੜ੍ਹਦੇ ਹਾਂ ਆਪਾਂ ਰਹਿਰਾਸ ਸਾਹਿਬ ਦੇ ਵਿੱਚ। ਮਹਾਰਾਜ ਸੱਚੇ ਪਾਤਸ਼ਾਹ ਜੀਓ, ਤੇਰੀ ਕੀਮਤ ਕੌਣ ਪਾ ਸਕਦਾ ਹੈ? ਤੂੰ ਤਾਂ ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀਏ, ਅਮੁੱਲ ਭੰਡਾਰ। ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ। ਕਿਸੇ ਵਿਟਹੁ ਰਹੇ ਲੋਕ ਵਿਲ ਲਾਏ। ਐਸਾ ਸਤਿਗੁਰ ਜੇ ਮਿਲੈ ਤਿਸਨੂੰ ਸਿਰ ਸੌਂਪੀਐ, ਵਿੱਚ ਹੋ ਆਪ ਜਾਏ। ਐਸੇ ਗੁਰੂਆਂ ਨੂੰ ਤੇ ਆਪਣਾ ਸਿਰ ਦੇ ਦਿਓ, ਆਪਣਾ ਆਪ ਕੁਰਬਾਨ ਕਰ ਦਿਓ। ਇਹਨਾਂ ਦਾ ਕੋਈ ਪਾਰ ਨਹੀਂ ਪਾ ਸਕਦਾ, ਕੋਈ ਕੀਮਤ ਨਹੀਂ, ਕਿਉਂਕਿ ਇਹ ਤੋਲ ਤੋਂ ਬਾਹਰ ਹੈ, ਇਹ ਮੋਲ ਤੋਂ ਬਾਹਰ ਹੈ, ਇਹ ਗਿਣਤੀ ਤੋਂ ਮਿਣਤੀ ਤੋਂ ਬਾਹਰ ਹੈ। ਆਪਣੀ ਕੀਮਤ ਆਪੇ ਪਾਈ। ਤੇ ਆਪਣੀ ਕੀਮਤ ਇਹ ਆਪ ਹੀ ਪਾ ਸਕਦੇ ਹਨ, ਕੋਈ ਹੋਰ ਇਹਨਾਂ ਦੀ ਕੀਮਤ ਨਹੀਂ ਪਾ ਸਕਦਾ। ਸਭ ਘਟ ਤਿਸ ਕੇ, ਸਭ ਤਿਸ ਕੇ ਠਾਉ। ਜਿੰਨੇ ਵੀ ਟਿਕਾਣੇ ਨੇ ਸਭ ਘਟ ਤਿਸ ਕੇ। ਜਿੰਨੇ ਵੀ ਸਰੀਰ ਨੇ ਖਾਲਕ ਖਲਕ, ਖਲਕ ਮੈਂ ਖਾਲਕ, ਪੂਰ ਰਹਿਓ ਸਭ ਠਾਏ। ਇਹ ਸਾਰੇ ਸਰੀਰ ਉਸ ਮਾਲਕ ਦੇ ਨੇ ਤੇ ਇਹਨਾਂ ਸਰੀਰਾਂ ਦੇ ਵਿੱਚ ਉਹ ਮਾਲਕ ਆਪ ਵਸ ਰਿਹਾ ਹੈ। ਜਪ ਜਪ ਜੀਵੈ ਨਾਨਕ ਹਰ ਨਾਮ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਐਸੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਜਾਪ ਕਰਦਿਆਂ, ਸਿਮਰਨ ਕਰਦਿਆਂ ਇਹ ਜਿਹੜਾ ਜੀਵ ਹੈ ਉਸ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ ਹੀ ਜਿਉਂਦਾ ਹੈ। ਨਾਮ ਕੇ ਧਾਰੇ ਸਗਲੇ ਜੰਤ। ਹੁਣ ਵਾਹਿਗੁਰੂ ਦਾ ਪਸਾਰਾ ਕੀ ਹੈ? ਇਹ ਸ੍ਰਿਸ਼ਟੀ ਕਿਵੇਂ ਸਾਜੀ ਗਈ? ਕੁਰਾਨ ਦੇ ਵਿੱਚ ਸ਼ਬਦ ਆਉਂਦਾ ਹੈ ਕਿ ਜਦੋਂ ਪ੍ਰਮਾਤਮਾ ਨੇ ਕੁਨ ਸ਼ਬਦ ਉਚਾਰਿਆ, ਕੁਨ, ਤਾਂ ਇਹ ਜਿਹੜੀ ਸ੍ਰਿਸ਼ਟੀ ਪੈਦਾ ਹੋਈ। ਗੁਰਬਾਣੀ ਕਹਿੰਦੀ ਹੈ ਕਿ ਵਾਹਿਗੁਰੂ ਨੇ ਦੇ ਨਾਮ ਕਰਕੇ ਹੀ ਇਹ ਸਾਰੀ ਸ੍ਰਿਸ਼ਟੀ ਦਾ ਪਸਾਰਾ ਸਾਜਿਆ ਗਿਆ। 16ਵੀਂ ਅਸ਼ਟਪਦੀ ਦਾ 5ਵਾਂ ਪਦਾ ਹੈ ਤੇ ਮਹਾਰਾਜ ਜੀ ਕਹਿਣ ਲੱਗੇ ਨਾਮ ਕੇ ਧਾਰੇ ਸਗਲੇ ਜੰਤ। ਸ੍ਰਿਸ਼ਟੀ ਸਾਜਣ ਬਾਰੇ ਹਰ ਇੱਕ ਧਰਮ ਦਾ ਆਪੋ ਆਪਣਾ ਨਜ਼ਰੀਆ ਹੈ। ਈਸਾਈ ਮਸੀਹ, ਯਿਸੂ ਮਸੀਹ ਅਨੁਸਾਰ, ਯਹੂਦੀ ਜਾਂ ਈਸਾਈ ਧਰਮ ਅਨੁਸਾਰ ਜੋ ਸ੍ਰਿਸ਼ਟੀ ਦਾ ਆਗਾਜ਼ ਹੋਇਆ ਉਹ ਆਦਮ ਤੋਂ ਮੰਨਿਆ ਜਾਂਦਾ ਹੈ। ਅੰਮਾ ਹਵਾ ਤੇ ਆਦਮ ਤੋਂ ਮੰਨਿਆ ਜਾਂਦਾ ਹੈ। ਕੁਰਾਨ ਕਹਿੰਦਾ ਹੈ ਕੁਨ ਤੋਂ, ਪਰ ਗੁਰਮਤਿ ਕਹਿੰਦੀ ਹੈ ਕਿ ਜਦੋਂ ਵਾਹਿਗੁਰੂ ਦਾ ਹੁਕਮ ਹੋਇਆ, ਵਾਹਿਗੁਰੂ ਦੇ ਹੁਕਮ ਅਨੁਸਾਰ ਉਹਦੇ ਨਾਮ, ਕਿਉਂਕਿ ਸਤ ਨਾਮ ਤੇਰਾ ਪਰਾ ਪੂਰਬਲਾ, ਇਸੇ ਅਨੁਸਾਰ ਹੀ ਸ੍ਰਿਸ਼ਟੀ ਦੀ ਸਾਰੀ ਰਚਨਾ ਹੋਈ। ਤੇ ਪਾਤਸ਼ਾਹ ਜੀ ਦੱਸਦੇ ਨੇ ਨਾਮ ਕੇ ਧਾਰੇ ਸਗਲੇ ਜੰਤ। ਜਿੰਨੇ ਵੀ ਜੀ ਜੰਤ ਪੈਦਾ ਹੋਏ ਨੇ ਉਸ ਵਾਹਿਗੁਰੂ ਦੇ ਨਾਮ ਕਰਕੇ ਹੀ। ਨਾਮ ਕੇ ਧਾਰੇ ਖੰਡ ਬ੍ਰਹਮੰਡ। ਜਿੰਨੇ ਵੀ ਖੰਡ ਬ੍ਰਹਮੰਡ ਬਣੇ ਨੇ ਸਭ ਨਾਮ ਕਰਕੇ ਹੀ ਹੈ। ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ। ਸਿਮਰਤ 27 ਸਿਮਰਤੀਆਂ, 28 ਪੁਰਾਣ, 4 ਵੇਦ, ਸਭ ਨਾਮ ਕਰਕੇ ਹੀ ਹੈ। ਇਹਨਾਂ ਵਿੱਚ ਨਾਮ ਦੀ ਹੀ ਉਸਤਤ ਹੈ। ਨਾਮ ਕੇ ਧਾਰੇ ਸੁਨਨ ਗਿਆਨ ਧਿਆਨ। ਕਹਿਣ ਲੱਗੇ ਨਾਮ ਕਰਕੇ ਹੀ ਸੁਣਨ ਵਾਲੇ ਗਿਆਨੀ ਧਿਆਨੀ ਬਣ ਗਏ। 4 ਪੌੜੀਆਂ ਨੇ ਸੁਣਿਆ ਦੇ ਬਾਬਤ ਜਪਜੀ ਸਾਹਿਬ ਦੇ ਵਿੱਚ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੇ ਨਾ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਜਿਨ੍ਹਾਂ ਨੇ ਸੁਣਿਆ ਤੇ ਸੁਣਨ ਤੋਂ ਬਾਅਦ ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੇ ਪਛਤਾਏ। 3 ਪੱਖ ਲਏ ਗਏ ਨੇ ਜਪਜੀ ਸਾਹਿਬ ਦੇ ਵਿੱਚ। ਸੁਣਿਆ, ਮੰਨਿਆ, ਮਨ ਕੀਤਾ ਭਾਉ। ਪਹਿਲਾਂ ਸੁਣਨਾ ਹੈ, ਫਿਰ ਮੰਨਣਾ ਹੈ, ਫਿਰ ਪ੍ਰੇਮ ਕਰਨਾ ਹੈ, ਫਿਰ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਮਹਾਰਾਜ ਜੀ ਕਹਿਣ ਲੱਗੇ ਜਿਨ੍ਹਾਂ ਨੇ ਸੁਣਿਆ
ਸੁਣ ਕੇ ਮੰਨਿਆ ਉਸ ਗਿਆਨ ਅਵਸਥਾ ਨੂੰ। ਨਾਮ ਕੇ ਧਾਰੇ ਆਗਾਸ ਪਾਤਾਲ। ਤੇ ਵਾਹਿਗੁਰੂ ਦੇ ਨਾਮ ਕਰਕੇ ਹੀ ਜਿੰਨੇ ਵੀ ਆਕਾਸ਼ ਨੇ ਪਤਾਲ ਨੇ ਇਹ ਸਾਰੇ ਸਿਰਜੇ ਗਏ। ਨਾਮ ਕੇ ਧਾਰੇ ਸਗਲ ਆਕਾਰ। ਜਿੰਨਾ ਵੀ ਆਕਾਰਾ ਹੈ ਸ੍ਰਿਸ਼ਟੀ ਦਾ ਪਸਾਰਾ ਹੈ ਇਹ ਸਭ ਨਾਮ ਕਰਕੇ ਹੈ। ਨਾਮ ਕੇ ਧਾਰੇ ਪੁਰੀਆ ਸਭ ਭਵਨ। ਜਿਹੜੀਆਂ ਪੁਰੀਆਂ ਨੇ ਜਿਸ ਤਰ੍ਹਾਂ ਇੰਦਰਪੁਰੀ, ਬ੍ਰਹਮਪੁਰੀ, ਸ਼ਿਵਪੁਰੀ ਆਦਿ ਜਿੰਨੀਆਂ ਪੁਰੀਆਂ ਨੇ, ਇਸ ਤੋਂ ਇਲਾਵਾ ਜੋ ਵੀ ਵਾਹਿਗੁਰੂ ਦਾ ਪਸਾਰਾ ਹੈ, ਜਿੰਨੀਆਂ ਪੁਰੀਆਂ ਆਦਿ ਖੰਡ ਹਨ, ਉਹ ਸਾਰੇ ਵਾਹਿਗੁਰੂ ਦੇ ਨਾਮ ਦੇ ਵਿੱਚ ਜਿੰਨੇ ਵੀ ਭਵਨ ਹਨ ਵਾਹਿਗੁਰੂ ਦੇ ਨਾਮ ਕਰਕੇ ਹੀ ਧਾਰੇ ਗਏ ਹਨ। ਨਾਮ ਕੈ ਸੰਗ ਉਦਰੇ ਸੁਨ ਸ਼ਰਵਨ। ਨਾਮ ਕੈ ਸੰਗ, ਵਾਹਿਗੁਰੂ ਦੇ ਨਾਮ ਨੂੰ ਕੰਨਾਂ ਦੇ ਨਾਲ ਜਿਨ੍ਹਾਂ ਨੇ ਸੁਣਿਆ ਉਹ ਸਾਰੇ ਤਰ ਗਏ। ਕਰ ਕਿਰਪਾ ਜਿਸ ਆਪਣਾ ਨਾਮ ਲਾਏ। ਸਤਿਗੁਰੂ ਜੀ ਕਹਿੰਦੇ ਹਨ, ਹੇ ਵਾਹਿਗੁਰੂ ਜਿਨ੍ਹਾਂ ਤੇ ਕਿਰਪਾ ਕਰਕੇ ਤੂੰ ਆਪਣੇ ਨਾਮ ਦੇ ਨਾਲ ਜੀਆਂ ਨੂੰ ਜੋੜ ਲਿਆ। ਨਾਨਕ ਚੌਥੇ ਪਦ ਮਹਿ ਸੋ ਜਨਗਤ ਪਾਏ। ਉਹ ਜਿਹੜਾ ਜਨ ਹੈ ਸੇਵਕ ਹੈ ਚੌਥੇ ਪਦ ਮਹਿ ਬ੍ਰਹਮ ਪਦ ਦੇ ਵਿੱਚ ਪਹੁੰਚ ਜਾਵੇਗਾ, ਮੁਕਤੀ ਦੀ ਪ੍ਰਾਪਤੀ ਹੋ ਜਾਵੇਗੀ। ਰੂਪ ਸਤ ਜਾ ਕਾ ਸਤ ਅਸਥਾਨ। ਉਸ ਵਾਹਿਗੁਰੂ ਦਾ ਰੂਪ ਸਤ ਹੈ, ਸੱਚਾ ਹੈ। ਉਸ ਵਾਹਿਗੁਰੂ ਦਾ ਥਾਂ ਸੱਚਾ ਹੈ। ਕਿਹੜਾ ਹੈ? ਸੋ ਦਰ ਕੇਹਾ ਸੋ ਘਰ ਕੇਹਾ ਜਿਤ ਬਹਿ ਸਰਬ ਸੰਭਾਲੇ। ਕਿਹੜਾ ਦਰ ਹੈ, ਕਿਹੜਾ ਘਰ ਹੈ ਜਿੱਥੇ ਬੈਠ ਕਰਕੇ ਉਹ ਸਭਨਾਂ ਦੀ ਸੰਭਾਲ ਕਰਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸੱਚਖੰਡ ਵਸੈ ਨਿਰੰਕਾਰ, ਇਹ ਉਹਦਾ ਘਰ ਹੈ। ਭਗਤ ਰਵਿਦਾਸ ਜੀ ਕਹਿੰਦੇ ਬੇਗਮਪੁਰਾ ਸ਼ਹਿਰ ਕੋ ਨਾਉ ਦੁਖ ਅੰਦੋਹ ਨਹੀਂ ਤਿਹ ਠਾਓ। ਨਾ ਤਸਵੀਸ ਖਰਾਜ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾਲ। ਇਹ ਉਹ ਵਾਹਿਗੁਰੂ ਦਾ ਘਰ ਹੈ ਜਿੱਥੋਂ ਸਭਨਾਂ ਦੀ ਸੰਭਾਲ ਕਰਦਾ ਹੈ। ਪੁਰਖ ਸਤ ਕੇਵਲ ਪ੍ਰਧਾਨ। ਉਹ ਪੁਰਖ ਹੈ, ਅਕਾਲ ਮੂਰਤ ਹੈ, ਸਤ ਪੁਰਖ ਹੈ ਤੇ ਪ੍ਰਧਾਨ ਰੂਪ ਹੈ। ਕਰਤੂਤ ਸਤ ਸਤ ਜਾ ਕੀ ਬਾਣੀ। ਉਹਦੀ ਜਿਹੜੀ ਕਰਨੀ ਹੈ, ਕਰਤੂਤ ਸ਼ਬਦ ਮਾੜਾ ਨਹੀਂ। ਅਸੀਂ ਬੜੀ ਵਾਰ ਬੜੇ ਸ਼ਬਦ ਨੇ ਜਿਨ੍ਹਾਂ ਨੂੰ ਅਸੀਂ ਵਿਗਾੜ ਲਿਆ ਹੈ। ਹੁਣ ਜੇ ਆਪਾਂ ਕਹੀਏ ਕਿ ਤੇਰੀ ਕਰਤੂਤ ਕੀ ਹੈ, ਉਹਨੂੰ ਅਸੀਂ ਨੈਗੇਟਿਵ ਸੈਂਸ ਦੇ ਵਿੱਚ ਵਰਤਦੇ ਹਾਂ। ਪਰ ਕਰਤੂਤ ਸ਼ਬਦ ਦਾ ਅਰਥ ਹੁੰਦਾ ਹੈ ਕਰਨੀ, ਗੁਣ, ਲੱਛਣ। ਲੱਛਣਾਂ ਨੂੰ ਵੀ ਅਸੀਂ ਨੈਗੇਟਿਵ ਸੈਂਸ ਦੇ ਵਿੱਚ ਵਰਤ ਲਿਆ। ਜੇ ਪੁੱਛ ਲਈਏ ਕਿ ਫਲਾਣੇ ਦੇ ਲੱਛਣ ਕਿੱਦਾਂ ਹੈ ਤੇ ਅਸੀਂ ਨੈਗੇਟਿਵ ਪੱਖ ਦੇ ਵਿੱਚ ਵੇਖਦੇ ਹਾਂ। ਪਰ ਇਹ ਪੋਜ਼ਿਟਿਵ ਸ਼ਬਦ ਨੇ, ਪ੍ਰੈਵਾਚੀ ਸ਼ਬਦ ਨੇ। ਜਿਸ ਤਰ੍ਹਾਂ ਕਰਤੂਤ, ਲੱਛਣ, ਗੁਣ, ਕਰਨੀ ਆਦਿ। ਪਰ ਅਸੀਂ ਬਹੁਤ ਸ਼ਬਦਾਂ ਨੂੰ ਜਿਹੜਾ ਵਿਗਾੜ ਲਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਬਾਬਤ ਬਚਨ ਕਰ ਰਹੇ ਨੇ। ਕਰਤੂਤ ਸਤ, ਉਸ ਵਾਹਿਗੁਰੂ ਦੀ ਜਿਹੜੀ ਕਰਨੀ ਹੈ, ਉਸ ਵਾਹਿਗੁਰੂ ਦੇ ਜਿਹੜੇ ਗੁਣ ਨੇ ਉਹ ਸੱਚੇ ਨੇ, ਸਤ ਸਰੂਪ ਨੇ। ਤੇ ਵਾਹਿਗੁਰੂ ਦੀ ਬਾਣੀ ਵੀ ਸੱਚੀ ਹੈ। ਸਤ ਪੁਰਖ ਸਭ ਮਾਹਿ ਸਮਾਣੀ। ਉਹ ਸਤ ਪੁਰਖ ਹੈ ਤੇ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ। ਸਤ ਕਰਮ ਜਾ ਕੀ ਰਚਨਾ ਸਤ। ਉਹਦੇ ਕਰਮ ਸੱਚੇ ਨੇ ਤੇ ਉਹਦੀ ਸ੍ਰਿਸ਼ਟੀ ਜਿਹੜੀ ਸਾਜੀ ਹੋਈ ਹੈ, ਰਚਨਾ ਜੋ ਹੈ ਉਹ ਵੀ ਸੱਚੀ ਹੈ। ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ। ਮੂਲ ਸਤ ਸਤ ਉਤਪਤ। ਉਹ ਵਾਹਿਗੁਰੂ ਦਾ ਜੋ ਮੂਲ ਮੁੱਢ ਹੈ ਉਹ ਸਤ ਹੈ ਤੇ ਫਿਰ ਉਹਦੀ ਉਤਪਤੀ ਵੀ ਸਤ ਹੈ। ਕਈ ਵਾਰ ਸ਼ੰਕਾਵਾਦੀ ਇੱਥੇ ਸ਼ੰਕਾ ਕਰਦੇ ਨੇ ਕਿ ਇੱਕ ਪਾਸੇ ਤੇ ਕਿਹਾ ਸਾਰਾ ਕੁਝ ਮਿਥਿਆ ਹੈ, ਵਾਹਿਗੁਰੂ ਸੱਚਾ ਹੈ, ਤੇ ਫਿਰ ਵਾਹਿਗੁਰੂ ਦੀ ਜਿਹੜੀ ਉਤਪਤੀ ਹੈ ਉਹ ਸੱਚੀ ਕਿਵੇਂ ਹੋ ਸਕਦੀ ਹੈ। ਇਹਦੇ ਬਾਬਤ ਸ਼੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ, ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖ ਪਿੰਡਰਾਂ ਵਾਲੇ ਬੜਾ ਸੋਹਣਾ ਉਦਾਹਰਨ ਦਿੰਦੇ ਨੇ। ਉਹ ਕਹਿਣ ਲੱਗੇ ਦੇਖੋ ਜਿਸ ਤਰ੍ਹਾਂ ਪਾਣੀ ਦੇ ਵਿੱਚੋਂ ਬੁਲਬੁਲਾ ਉੱਠਿਆ ਤਾਂ ਉਹ ਪਾਣੀ ਤੋਂ ਵੱਖਰਾ ਨਹੀਂ, ਪਾਣੀ ਦਾ ਹੀ ਰੂਪ ਹੈ। ਜਿਸ ਤਰ੍ਹਾਂ ਪਾਣੀ ਵਿੱਚੋਂ ਤਰੰਗ ਉੱਠਦੀ ਹੈ, ਬੇਸ਼ੱਕ ਉਹ ਪਾਣੀ ਤੋਂ ਅੱਡ ਹੁੰਦੀ ਹੈ ਪਰ ਹੈ ਉਹ ਪਾਣੀ ਦਾ ਹਿੱਸਾ, ਫਿਰ ਪਾਣੀ ਦੇ ਵਿੱਚ ਸਮਾ ਜਾਂਦੀ ਹੈ। ਇਸੇ ਤਰ੍ਹਾਂ ਦਸਮ ਗ੍ਰੰਥ ਵਿੱਚ ਲਿਖਿਆ ਗਿਆ ਹਰ ਹਰ ਜਨ ਦੁਇ ਏਕ ਹੈ ਬਿਬ ਵਿਚਾਰ ਕਛ ਨਾਹੇ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਹੇ। ਇਸੇ ਤਰ੍ਹਾਂ ਉਹ ਵਾਹਿਗੁਰੂ ਦਾ ਮੂਲ ਸਤ ਹੈ, ਸੱਚ ਹੈ ਤੇ ਉਹਦੀ ਉਤਪਤੀ ਵੀ ਸੱਚ ਹੀ ਹੈ। ਸਤ ਕਰਨੀ ਨਿਰਮਲ ਨਿਰਮਲੀ। ਉਸ ਵਾਹਿਗੁਰੂ ਦੀ ਜਿਹੜੀ ਕਰਨੀ ਹੈ ਨਿਰਮਲੀ, ਪਵਿੱਤਰ ਤੋਂ ਵੀ ਪਵਿੱਤਰ ਹੈ। ਜਿਸ ਹੈ ਬੁਝਾਏ ਤਿਸ ਹੈ ਸਭ ਭਲੀ। ਜਿਸ ਨੂੰ ਗਿਆਤ ਕਰਾ ਦਿੰਦੇ ਹੋ ਹੇ ਵਾਹਿਗੁਰੂ, ਉਹਨੂੰ ਭਲੀ ਪ੍ਰਕਾਰ ਇਹ ਸੋਝੀ ਆ ਜਾਂਦੀ ਹੈ। ਸਤਿਨਾਮ ਪ੍ਰਭ ਕਾ ਸੁਖਦਾਈ। ਵਾਹਿਗੁਰੂ ਦਾ ਨਾਮ ਸੱਚਾ ਹੈ ਤੇ ਸੁਖ ਦੇਣ ਵਾਲਾ ਹੈ। ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ। ਕਹਿਣ ਲੱਗੇ ਇਸ ਤਰ੍ਹਾਂ ਪੂਰੇ ਗੁਰਾਂ ਤੋਂ ਇਹ ਗਿਆਤ ਪ੍ਰਾਪਤ ਹੁੰਦੀ ਹੈ, ਵਿਸ਼ਵਾਸ ਵੱਜਦਾ ਹੈ
ਤੇ ਇਹ ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ। ਸਤ ਬਚਨ ਸਾਧੂ ਉਪਦੇਸ਼, ਉਸ ਵਾਹਿਗੁਰੂ ਦੇ ਬਚਨ ਸੱਚ ਹਨ ਤੇ ਸਾਧੂ ਜਨ ਇਹ ਉਪਦੇਸ਼ ਕਰਦੇ ਹਨ। ਸਤ ਤੇ ਜਨ ਜਾ ਕੈ ਹਿਰਦੈ ਪ੍ਰਵੇਸ਼, ਤੇ ਜਿਸ ਜਨ ਦੇ ਹਿਰਦੇ ਦੇ ਵਿੱਚ ਇਹ ਸੱਚੇ ਬਚਨ ਪ੍ਰਵੇਸ਼ ਕਰ ਜਾਂਦੇ ਹਨ ਉਹ ਸੱਚ ਸਰੂਪ ਹੀ ਹੋ ਜਾਂਦੇ ਹਨ। ਸਤ ਨਿਰਤ ਬੂਝੈ ਜੇ ਕੋਇ, ਸਤ ਨਿਰਤ, ਸਤ ਦਾ ਅਰਥ ਹੈ ਸੱਚ, ਨਿਰਤ ਦਾ ਅਰਥ ਹੈ ਝੂਠ। ਕਹਿਣ ਲੱਗੇ ਜਿਹੜੇ ਸੱਚ ਤੇ ਝੂਠ ਨੂੰ ਪਛਾਣਨ ਲੱਗ ਪਏ, ਬੁੱਝ ਲਿਆ ਜਿਨ੍ਹਾਂ ਨੇ, ਗਿਆਨ ਕਰ ਲਿਆ। ਨਾਮ ਜਪਤ ਤਾਕੀ ਗਤ ਹੋਏ, ਕਿਉਂਕਿ ਜਿੰਨਾ ਸਮਾਂ ਸਾਨੂੰ ਸੱਚ ਤੇ ਝੂਠ ਦਾ ਪਤਾ ਹੀ ਨਾ ਲੱਗੇਗਾ। ਸੱਚ ਕੀ ਹੈ? ਵਾਹਿਗੁਰੂ ਦਾ ਨਾਮ। ਵਾਹਿਗੁਰੂ ਦੇ ਨਾਮ ਤੋਂ ਬਗੈਰ ਸੰਸਾਰ ਤੇ ਜੋ ਵੀ ਵਰਤਾਰਾ ਵਰਤ ਰਿਹਾ ਹੈ ਉਹ ਸਭ ਕੂੜ ਦਾ ਹੀ ਪਸਾਰਾ ਹੈ। ਤੇ ਜਦੋਂ ਇਹ ਸੋਝੀ ਆ ਗਈ ਫਿਰ ਵਾਹਿਗੁਰੂ ਦਾ ਨਾਮ ਜਪਿਆ ਜਾਵੇਗਾ। ਮਹਾਰਾਜ ਜੀ ਨੇ ਬਿਧ ਦੱਸੀ ਹੈ, ਤਾਂ ਕਿ ਗਤ ਹੋਏ, ਫਿਰ ਉਹਦੀ ਮੁਕਤੀ ਹੀ ਪ੍ਰਾਪਤ ਹੋ ਜਾਂਦੀ ਹੈ। ਆਪੇ ਸਤ ਕੀਆ ਸਭ ਸਤ, ਉਹ ਵਾਹਿਗੁਰੂ ਆਪ ਸੱਚਾ ਹੈ ਤੇ ਉਸਨੇ ਜੋ ਕੀਤਾ ਹੈ ਸਭ ਸੱਚਾ ਹੀ ਕੀਤਾ ਹੈ। ਉਹ ਵਾਹਿਗੁਰੂ ਆਦ ਸੱਚ ਜੁਗਾਦ ਸੱਚ ਹੈ, ਪੀ ਸੱਚ ਨਾਨਕ ਹੋਸੀ ਪੀ ਸੱਚ। ਸੱਚਾ ਸੀ, ਸੱਚਾ ਹੈ, ਸੱਚਾ ਰਹੇਗਾ। ਆਪੇ ਜਾਣੇ ਆਪਣੀ ਮਿਤ ਗਤ, ਆਪ ਸਤ ਕੀਆ ਸਭ ਸਤ। ਇਉਂ ਵਾਹਿਗੁਰੂ ਆਪ ਸੱਚਾ ਹੈ, ਜਿਹੜਾ ਪਸਾਰਾ ਕੀਤਾ ਹੈ ਉਹ ਵੀ ਸਭ ਸੱਚਾ ਹੀ ਹੈ। ਆਪੇ ਜਾਣੈ ਆਪਣੀ ਮਿਤ ਗਤ, ਆਪਣੀ ਮਿਤ, ਆਪਣੀ ਮਰਿਆਦਾ, ਆਪਣੀ ਗਤੀ ਚਾਲ ਭਾਵ ਕੋਈ ਹੋਰ ਨਹੀਂ ਜਾਣ ਸਕਦਾ, ਉਹ ਵਾਹਿਗੁਰੂ ਆਪ ਹੀ ਜਾਣਦਾ ਹੈ। ਜਿਸ ਕੀ ਸ੍ਰਿਸ਼ਟ ਸੋ ਕਰਨੈ ਹਾਰ, ਇਹ ਵਾਹਿਗੁਰੂ ਦੀ ਹੀ ਸਾਰੀ ਸ੍ਰਿਸ਼ਟੀ ਹੈ ਤੇ ਵਾਹਿਗੁਰੂ ਆਪ ਹੀ ਕਰਨ ਵਾਲਾ ਹੈ। ਔਰ ਨ ਬੂਝ ਕਰਤ ਵਿਚਾਰ, ਹੋਰ ਕੋਈ ਵੀ ਇਸ ਨੂੰ ਨਹੀਂ ਜਾਣ ਸਕਦਾ ਹੈ ਭਾਈ, ਭਾਵੇਂ ਜਿੰਨੇ ਮਰਜ਼ੀ ਵਿਚਾਰ ਕਰ ਲਓ, ਜਿੰਨਾ ਮਰਜ਼ੀ ਸੋਚ ਲਓ। ਕਰਤੇ ਕੀ ਮਿਤ ਨਾ ਜਾਣੈ ਕੀਆ, ਕੀਆ ਮਤਲਬ ਕਿਆ ਹੈ ਇਹ ਜੀਵ, ਕੀ ਹੈ ਇਹ ਜੀਵ ਜੋ ਕਰਤੇ ਦੀ ਮਰਿਆਦਾ ਨੂੰ ਜਾਣ ਸਕੇ, ਭਾਵ ਪ੍ਰਮਾਤਮਾ ਬਾਰੇ, ਪ੍ਰਮਾਤਮਾ ਦੀ ਸ੍ਰਿਸ਼ਟੀ, ਪ੍ਰਮਾਤਮਾ ਦੀ ਖੇਡ, ਪ੍ਰਮਾਤਮਾ ਦੀ ਬਣਤਰ, ਉਸ ਵਾਹਿਗੁਰੂ ਦੇ ਕੌਤਕ, ਉਸ ਵਾਹਿਗੁਰੂ ਦੇ ਚਮਤਕਾਰਾਂ ਨੂੰ ਕੋਈ ਜਾਣ ਸਕੇ। ਨਾਨਕ ਜੋ ਤਿਸ ਭਾਵੈ ਸੋ ਵਰਤੀਆ, ਪਾਤਸ਼ਾਹ ਜੀ ਕਹਿੰਦੇ ਜੋ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਭਾਉਂਦਾ ਹੈ ਉਸੇ ਤਰ੍ਹਾਂ ਹੀ ਸਭ ਕੁਝ ਹੁੰਦਾ ਹੈ। ਬਿਸਮਨ ਬਿਸਮਨ ਬਿਸਮ ਭਏ ਬਿਸਮਾਦ, ਹੁਣ ਬਿਸਮਨ ਭਾਵ ਵਿਸ਼ਿਆਂ ਵਾਲਾ ਜਿਹੜਾ ਮਨ ਹੈ, ਜਦੋਂ ਵਾਹਿਗੁਰੂ ਦੇ ਵਿੱਚ ਅਭੇਦ ਹੁੰਦਾ ਹੈ ਤੇ ਫਿਰ ਇਹਨੂੰ ਬੇਸਮਾਦ ਆਨੰਦ ਆਉਂਦਾ ਹੈ, ਵਾਹਿਗੁਰੂ ਦੇ ਵਿੱਚ ਤਦਾਕਾਰ ਹੋ ਜਾਂਦਾ ਹੈ। ਜਿਨ ਬੂਝਿਆ ਤਿਸ ਆਇਆ ਸਵਾਦ, ਜਿਹਨੇ ਇਸ ਤਰ੍ਹਾਂ ਬੁੱਝ ਲਿਆ ਉਹਨਾਂ ਨੂੰ ਅਸਲੀ ਸਵਾਦ ਨਾਮ ਰਸ ਦਾ ਆ ਗਿਆ। ਪ੍ਰਭ ਕੈ ਰੰਗ ਰਾਚ ਜਨ ਰਹੇ, ਹੁਣ ਜਿਹੜੇ ਸੇਵਕ ਵਾਹਿਗੁਰੂ ਦੇ ਨਾਮ ਰੰਗ ਦੇ ਵਿੱਚ ਰਚੇ ਗਏ, ਨਾਮ ਰੰਗ ਦੇ ਵਿੱਚ ਤਦਾਕਾਰ ਹੋ ਗਏ, ਗੁਰ ਕੈ ਬਚਨ ਪਦਾਰਥ ਲਹੇ, ਗੁਰੂ ਦੇ ਬਚਨ ਨੂੰ ਮੰਨਦਿਆਂ ਹੋਇਆਂ ਉਹਨਾਂ ਨੇ ਚਾਰੇ ਪਦਾਰਥ ਕਿਹੜੇ ਨੇ? ਧਰਮ ਅਰਥ ਕਾਮ ਮੋਖ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ, ਇਹ ਪ੍ਰਾਪਤ ਹੋ ਗਏ। ਹੋਏ ਦਾਤੇ ਦੁਖ ਕਾਟਨ ਹਾਰ, ਉਹ ਅਕਾਲ ਪੁਰਖ ਵਾਹਿਗੁਰੂ ਦਾਤਾ ਸਰੂਪ ਹੈ, ਦੁੱਖ ਕੱਟਣ ਵਾਲਾ ਹੈ। ਜਾ ਕੈ ਸੰਗ ਤਰੈ ਸੰਸਾਰ, ਤੇ ਉਹਨਾਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਨ ਵਾਲੇ ਉਹ ਸੇਵਕ ਬ੍ਰਹਮ ਗਿਆਨੀ ਤਤ ਬੇਤੇ ਸਤ ਰੂਪ ਜਿਹੜੇ ਹਨ ਉਹ ਵੀ ਦਾਤੇ ਰੂਪ ਹੋ ਗਏ। ਉਹਨਾਂ ਦਾ ਸੰਗ ਦੇ ਨਾਲ, ਉਹਨਾਂ ਦੇ ਸਾਥ ਦੇ ਨਾਲ ਸਾਰਾ ਸੰਸਾਰ ਤਰ ਜਾਂਦਾ ਹੈ। ਮੰਨੈ ਤਰੈ ਤਾਰੇ ਗੁਰਸਿੱਖ, ਜਿਹਨਾਂ ਨੇ ਵਾਹਿਗੁਰੂ ਦਾ ਨਾਮ ਮੰਨਿਆ ਉਹ ਆਪ ਤਰ ਗਏ ਤੇ ਉਹਨਾਂ ਦਾ ਸੰਗ ਕਰਨ ਵਾਲੇ ਵੀ ਪਤਾ ਹੀ ਨਹੀਂ ਕਿੰਨੇ ਕੋ ਤਰ ਗਏ। ਜਨ ਕਾ ਸੇਵਕ ਸੋ ਵਡ ਭਾਗੀ, ਉਸ ਵਾਹਿਗੁਰੂ ਦਾ ਜਿਹੜਾ ਸੇਵਕ ਹੈ ਵੱਡਿਆਂ ਭਾਗਾਂ ਵਾਲਾ ਹੈ। ਜਨ ਕੈ ਸੰਗ ਏਕ ਲਿਵ ਲਾਗੀ, ਇਉਂ ਉਹਨਾਂ ਦੇ ਸੰਗ ਦੇ ਵਿੱਚ, ਸਤ ਸੰਗਤ ਦੇ ਵਿੱਚ ਇੱਕ ਅਕਾਲ ਪੁਰਖ ਵਾਹਿਗੁਰੂ ਨਾਲ ਲਿਵ ਲੱਗਦੀ ਹੈ। ਗੁਣ ਗੋਬਿੰਦ ਕੀਰਤਨ ਜਨ ਗਾਵੈ, ਇਉਂ ਉਹ ਸੇਵਕ ਗੁਣ ਗੋਬਿੰਦ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਂਦਾ ਹੈ, ਕੀਰਤੀ ਕਰਦਾ ਹੈ, ਵਡਿਆਈ ਕਰਦਾ ਹੈ। ਗੁਰ ਪ੍ਰਸਾਦ ਨਾਨਕ ਫਲ ਪਾਵੈ, ਇਉਂ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ ਉਹ ਸੇਵਕ ਜਿਹੜਾ ਅਸਲੀ ਫਲ ਹੈ ਉਸ ਨੂੰ ਪਾ ਲੈਂਦਾ ਹੈ, ਉਸ ਦੀ ਪ੍ਰਾਪਤੀ ਹੋ ਜਾਂਦੀ ਹੈ। ਕਥਾ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਤੋਂ ਖਿਮਾ।
ਗੁਰੂ ਕੀ ਸੰਗਤ ਗੁਰੂ ਮਹਾਰਾਜ ਬਖਸ਼ਣ ਯੋਗ ਹਨ, ਕਿਰਪਾ ਕਰਕੇ ਬਖਸ਼ ਦੇਣਾ ਜੀ। ਅਗਾਂਹ ਤੋਂ ਸਮਤ ਬਖਸ਼ਣੀ, ਸ੍ਰੇਸ਼ਟ ਮਤ ਬੁੱਧ ਅਨੁਸਾਰ ਕਥਾ ਵਿਚਾਰ ਕਰ ਸਕੀਏ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਹਿਬ ਸਿਓ ਮੇਲ। ਆਖਰੀ ਪੰਕਤੀ ਪੜ੍ਹ ਕੇ ਸਮਾਪਤੀ ਹੈ ਜੀ। ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।